ਜਿਹੜਾ ਹੀਰਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਉਹਦੀ ਜਗ੍ਹਾ ਕਿੱਥੇ ਹੈਗੀ ਹੈ। ਕਾਂਗਰਸ ਪਾਰਟੀ ਨੂੰ ਨੁਕਸਾਨ ਨਹੀਂ, ਕਾਂਗਰਸ ਪਾਰਟੀ ਨੂੰ ਫਾਇਦਾ ਹੋਊਗਾ ਇਹਦਾ। ਆਈਡੀਓਲੋਜੀ ਕਿਹੜੀ ਆ ਮਨਪ੍ਰੀਤ ਬਾਦਲ ਦੀ? ਕਦੇ ਉਹ ਪੰਥ ਦੀ ਗੱਲ ਕਰਦੇ ਸੀ, ਕਦੇ ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਪੰਜੇ ਦਾ ਨਿਸ਼ਾਨ ਚੱਕ ਲਿਆ, ਰਾਹੁਲ ਤੇ ਸੋਲੇ ਗਾਉਣੇ ਸ਼ੁਰੂ ਕਰਤੇ। ਹੁਣ ਉਹ ਜਿਹੜੇ ਹੈਗੇ ਆ ਬੀਜੇਪੀ ਦੇ ਨੱਡਾ ਸਾਹਿਬ ਦੇ ਔਰ ਮੋਦੀ ਸਾਹਿਬ ਦੇ ਸੋਲੇ ਗਾਉਣੇ ਸ਼ੁਰੂ ਕਰ ਦੇਣਗੇ। ਇੱਕ ਟਾਈਮ ਸੀ ਜਦੋਂ ਜਿਹੜੀ ਹੈਗੀ ਆ ਬੀਜੇਪੀ ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈਗੀ ਆ ਆਰਐਸਐਸ ਦੀ ਆਈਡੀਓਲੋਜੀ ਦੇ ਉੱਤੇ ਇਹ ਕੰਮ ਕਰਿਆ ਕਰਦੇ ਸੀ। ਬੀਜੇਪੀ ਦੀ ਆਈਡੀਓਲੋਜੀ ਪਿਓਰ ਆ ਜਾਂ ਨਹੀਂ ਪਿਓਰ, ਜਾਂ ਉਹ ਹਿੰਦੂਵਾਦੀ ਆ ਜਾਂ ਉਹ ਮੁਸਲਮਾਨਵਾਦੀ ਆ, ਮੈਂ ਇਹਨਾਂ ਚੀਜ਼ਾਂ 'ਚ ਨਹੀਂ ਆ। ਜਿਹੜਾ ਵੀ ਜਿਹੜੀ ਵਾਦੀ ਉਹਨਾਂ ਦੀ ਆਈਡੀਓਲੋਜੀ ਹੈ ਉਹ ਬੜੀ ਸਪਸ਼ਟ ਤੇ ਕਲੀਅਰ ਆ। ਬੀਜੇਪੀ ਕੋਲੇ ਕਿਹੜੀ ਵਾਸ਼ਿੰਗ ਮਸ਼ੀਨ ਹੈ, ਕਿਹੜਾ ਸਰਫ ਐਕਸਲ ਹੈ, ਜੋ ਇਹ ਸਾਡੇ ਲੀਡਰਾਂ ਦੇ ਪਹਿਲਾਂ ਤਾਂ ਇਲਜ਼ਾਮ ਲਾ ਦਿੰਦੇ ਆ ਜੀ, ਵੱਡੇ ਵੱਡੇ ਉਹਨਾਂ ਤੇ ਤੰਜ ਕੱਸਦੇ ਰਹਿੰਦੇ ਆ, ਤੇ ਜਦੋਂ ਸ਼ਾਮਿਲ ਹੋ ਜਾਂਦੇ ਆ ਬੀਜੇਪੀ ਦੇ ਵਿੱਚ ਉਹ ਬਿਲਕੁਲ ਦੁੱਧ ਧੋਤੇ ਹੋ ਜਾਂਦੇ ਆ। ਇਹ ਇਹਨਾਂ ਦੀ ਆਈਡੀਓਲੋਜੀ ਬਣੀ ਵੀ ਹੈਗੀ ਆ। ਕਿਸੇ ਦਾ ਗਲ ਮਰੋੜਦੇ ਆ, ਕਿਸੇ ਦੇ ਤੇ ਈਡੀ ਛੱਡਦੇ ਆ, ਕਿਸੇ ਦੇ ਤੇ ਸੀਬੀਆਈ ਛੱਡਦੇ ਆ, ਕਿਸੇ ਦੇ ਕੁਝ ਛੱਡਦੇ ਆ। ਔਰ ਜਿਹੜੇ ਚੋਰ ਹੈ ਉਹ ਜਾਨ ਬਚਾ ਕੇ ਇੱਕ ਪਾਸੇ ਤੋਂ ਭੱਜਦੇ ਆ ਦੂਜੇ ਪਾਸੇ। ਨਾ ਪੰਜਾਬ ਨੇ ਕੱਲ ਬੀਜੇਪੀ ਨੂੰ ਸਵੀਕਾਰ ਕੀਤਾ ਸੀਗਾ, ਨਾ ਅੱਜ ਪੰਜਾਬ ਕਰ ਰਿਹਾ ਹੈ ਤੇ ਨਾ ਹੀ ਕੱਲ ਕਰੂਗਾ। ਰਾਜਨੀਤੀ ਕੀ ਹੈ? ਰਾਜਨੀਤੀ ਹੈਗੀ ਹੈ ਜਦੋਂ ਅਸੀਂ ਰਾਜਨੀਤੀ ਨੂੰ ਜੇ ਤੇ ਬਿਜ਼ਨਸ ਬਣਾ ਲਾਂਗੇ ਤੇ ਫਿਰ ਕਾਂਗਰਸ ਵਾਂਗੂ ਸਕੈਮ ਦੇ ਸਕੈਮ ਨਿਕਲਣਗੇ, 3G ਸਕੈਮ, 4G ਸਕੈਮ। ਸ਼੍ਰੋਮਣੀ ਅਕਾਲੀ ਦਲ ਵੀ ਉਹ ਲਾਠੀ ਬਣਨ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਵੀ ਜੋ ਵੀ ਬੀਜੇਪੀ ਨਾਲ ਲੜੂਗਾ, ਅਲਾਈਅੰਸ ਕਰੂਗਾ ਜਾਂ ਬੀਜੇਪੀ 'ਚ ਜਾਊਗਾ, ਉਹਦਾ ਹਾਰਨਾ ਤੈਅ ਹੈ। ਜਿੰਨਾ ਨੁਕਸਾਨ ਬੀਜੇਪੀ ਨੇ ਪੰਜਾਬ ਦਾ, ਕਿਸਾਨੀ ਦਾ, ਲੋਕਾਂ ਦਾ, ਦੇਸ਼ ਦਾ ਕੀਤਾ ਹੈਗਾ, ਉਹ ਮੇਰਾ ਖਿਆਲ ਹੈ ਕਿ ਉਹਨਾਂ ਨੇ ਬੇਵਕੂਫੀ ਚ ਔਰ ਖੁੱਲੇਆਮ ਕੀਤਾ, ਇਹਨਾਂ ਨੇ ਹਿਡਨ ਏਜੰਡੇ ਰਾਹੀਂ ਕੀਤਾ। ਭਾਜਪਾ ਦਾ ਰਾਸ਼ਟਰਵਾਦ ਸਭ ਨੂੰ ਪਤਾ ਕਿੰਨਾ ਹੈ। ਇਹ ਉਹ ਰਾਸ਼ਟਰਵਾਦ ਹੈ ਜਿਹੜਾ ਜਿਹਦੇ ਕਰਕੇ ਹਿੰਦੁਸਤਾਨ ਦੀ ਜਿਹੜੀ ਟੈਰੀਟਰੀ ਹੈ 2000 ਸਕੁਆਇਰ ਕਿਲੋਮੀਟਰਸ ਅਲੈਜਡਲੀ ਸਾਡੇ ਕੰਪਰੋਮਾਈਜ਼ ਹੋਏ LAC ਤੇ। ਘੱਟ ਗਿਣਤੀਆਂ ਦੇ ਖਿਲਾਫ ਇਹਨਾਂ ਦਾ ਬਹੁਤ ਹੀ ਹਿਡਨ ਏਜੰਡਾ ਹੈ, ਚਾਹੇ ਉਹ ਮਹੰਮਦਨ ਹੋਣ, ਚਾਹੇ ਸਿੱਖ ਹੋਣ, ਚਾਹੇ ਹੋਰ ਘੱਟ ਗਿਣਤੀਆਂ ਹੋਣ। ਕਾਂਗਰਸ ਪਾਰਟੀ ਤੇ ਇਲਜ਼ਾਮ ਲਾ ਕੇ, ਕਾਂਗਰਸ ਪਾਰਟੀ ਦੇ ਲੀਡਰਾਂ ਤੇ ਇਲਜ਼ਾਮ ਲਾ ਕੇ ਇਹਨਾਂ ਨੇ 84 ਦੀ ਗੱਲ ਕੀਤੀ, ਇਹਨਾਂ ਨੇ ਹੋਰ ਗੱਲਾਂ ਕੀਤੀਆਂ। ਉਸ ਤੋਂ ਬਾਅਦ ਉਹੀ ਕਾਂਗਰਸ ਦੇ ਲੀਡਰਾਂ ਨੂੰ ਆਪਣੀ ਪਾਰਟੀ ਸ਼ਾਮਿਲ ਕਰ ਲੈਂਦੇ ਆ। ਇਤੋਂ ਬੀਜੇਪੀ ਆਪਣੇ ਆਪ ਨੂੰ ਐਕਸਪੋਜ਼ ਕਰਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਜਿਸ ਵੇਲੇ ਮਨਪ੍ਰੀਤ ਕਾਂਗਰਸ 'ਚ ਆਇਆ ਸੀਗਾ ਆਪਦੀ 6% ਵੋਟ ਲੈ ਕੇ, ਉਦੋਂ ਵੀ ਉਹ ਇੱਕ ਹਾਰਿਆ ਹੋਇਆ ਲੀਡਰ ਸੀਗਾ। ਬੀਜੇਪੀ ਸਿਰਫ ਇਕਲੌਤੀ ਪਾਰਟੀ ਹਿੰਦੁਸਤਾਨ 'ਚ ਜਿਹੜੀ ਪਾਕ ਸਾਫ ਹੈ, ਜਿਹਦੇ ਉੱਪਰ ਕੋਈ ਐਲੀਗੇਸ਼ਨ ਕਰਪਸ਼ਨ ਦਾ ਨਾਂ ਲੱਗਿਆ ਨਾ ਕਦੀ ਲੱਗ ਸਕਦਾ ਹੈ। 2G ਸਕੈਮ ਜੀ, ਇਹਨਾਂ ਨੂੰ ਹਜੇ ਫੈਕਟ ਨਹੀਂ ਪਤਾ ਵੀ 2G ਸਕੈਮ ਦੇ ਵਿੱਚ ਸਾਰੇ ਬਾਇਜ਼ਤ ਬਰੀ ਹੋਏ ਹੈ। ਉਹ ਕੇਸ ਗਲਤ ਦਰਜ ਕੀਤਾ ਗਿਆ ਸੀਗਾ। ਸਾਡੇ ਸਿਰ ਤੇ ਤੁਸੀਂ ਸਰਕਾਰਾਂ ਪੰਜਾਬ ਦੀਆਂ ਚਲਾਈਆਂ ਨੇ। ਜੇ ਬੀਜੇਪੀ ਤੁਹਾਡਾ ਸਾਥ ਨਾ ਦਿੰਦੀ ਨਾ ਤੇ ਉਹ 3 ਸੀਟਾਂ ਜਿਹੜੀਆਂ ਆਈਆਂ ਨੇ ਇਹਨਾਂ ਦਾ ਵੀ ਨਹੀਂ ਸੀ ਆਣੀਆਂ। ਅਕਾਲੀ ਦਲ ਨੇ ਹੀ ਉਹ ਬਾਹ ਫੜੀ ਜਿਹਦੇ ਕਰਕੇ ਇਹ ਅਕਾਲੀ ਦਲ ਦੀ ਬਾਹ ਫੜ ਕੇ ਇਹ ਪੰਜਾਬ ਦੇ ਵਿੱਚ 1 ਸੀਟ 2 ਸੀਟ ਲੱਦੇ ਰਹੇ। ਅੱਜ ਇਹ ਦੱਸਦੇ ਆ ਕਿ ਇਹਨਾਂ ਨੇ ਅਕਾਲੀ ਦਲ ਦੀ ਬਾਹ ਫੜੀ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਚਾਹੁੰਦੀ ਹੈ ਕਿ ਪੰਜਾਬ ਬਦਨਾਮ ਹੋਵੇ, ਪੰਜਾਬ 'ਚ ਇੰਡਸਟਰੀ ਨਾ ਆਵੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਵਾਗਤ ਹੈ। ਜਿਸ ਵੱਡੇ ਮੁੱਦੇ ਤੇ ਪੰਜਾਬ ਦੇ ਤੇ ਅੱਜ ਆਪਾਂ ਬਹਿਸ ਦਾ ਕੇਂਦਰ ਬਿੰਦੂ ਲੈ ਰਹੇ ਹਾਂ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। ਦਰਸ਼ਕਾਂ ਨੂੰ ਥੋੜਾ ਸਪਸ਼ਟ ਕਰਨਾ ਪਏਗਾ। ਸਾਬਕਾ ਵਿੱਤ ਮੰਤਰੀ ਜਦੋਂ ਮੈਂ ਗੱਲ ਕਰਦਾ ਹਾਂ, ਅਕਾਲੀ ਦਲ ਨਾਲ ਵੀ ਜੁੜ ਜਾਂਦੀ ਹੈ ਜਾ ਕੇ, ਕਾਂਗਰਸ ਨਾਲ ਵੀ ਜੁੜਦੀ ਹੈ ਜਾ ਕੇ। ਭਾਜਪਾ ਨੂੰ ਮੌਕਾ ਮਿਲੇਗਾ ਤਾਂ ਕਹਾਂਗੇ ਗੱਲ। ਇੱਕ ਵੱਡੀ ਗੱਲ, ਜਿਸ ਕਦਰ ਭਾਜਪਾ ਦੀਆਂ ਨਜ਼ਰਾਂ ਪੰਜਾਬ ਤੇ ਟਿਕੀਆਂ ਹੋਈਆਂ, ਇਤਫਾਕ ਕਹੋ ਜਾਂ
ਗਿਣਿਆ ਮਿਥਿਆ ਕਿ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਤੋਂ ਬਾਹਰ ਕਦਮ ਰੱਖਿਆ, ਹਿਮਾਚਲ 'ਚ ਗਏ, ਤੇ ਰਾਹੁਲ ਦਾ ਇੱਕ ਵੱਡਾ ਯਾਤਰੀ ਬਾਦਲ ਪਤਾ ਨਹੀਂ ਕਿੱਥੇ ਵਿਛੜ ਗਿਆ ਔਰ ਭਾਜਪਾ ਦੇ ਖੇਮੇ 'ਚ ਜਾ ਰਲਿਆ। ਪੰਜਾਬ ਦੀ ਰਾਜਨੀਤੀ 'ਚ ਕਿਹੋ ਜਿਹਾ ਬਦਲਾਅ ਆ ਰਿਹਾ ਹੈ ਔਰ ਕਿੱਧਰ ਨੂੰ ਸੇਧ ਦੇਵੇਗੀ ਪੰਜਾਬ ਦੀ ਰਾਜਨੀਤੀ, ਵੱਡਾ ਮੁੱਦਾ ਹੈ। ਇਹਨਾਂ ਮੁੱਦਿਆਂ ਤੇ ਮਹਿਮਾਨ ਵੀ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਕਦਾਵਰ ਮਹਿਮਾਨ ਜਿਹੜੇ ਜੁੜੇ ਹੈ, ਡਾਕਟਰ ਕਮਲਜੀਤ ਸੋਈ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਅਰਸ਼ਪ੍ਰੀਤ ਖਡਿਆਲ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਮਰਦੀਪ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ, ਬੂਟਾ ਸਿੰਘ ਬਰਾਗੀ ਰਾਜਸੀ ਵਿਸ਼ਲੇਸ਼ਕ, ਸਾਰੇ ਮਹਿਮਾਨ ਆਪਣੇ ਆਪਣੇ ਖੇਤਰਾਂ ਦੇ ਮਾਹਰ, ਸਾਰਿਆਂ ਨੂੰ ਤੁਹਾਡੇ ਵੱਲੋਂ ਸਵਾਗਤ, ਜੀ ਆਇਆਂ ਨੂੰ। ਖਡਿਆਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ। ਖਡਿਆਲ ਜੀ, ਲੱਗਦਾ ਹੈ ਕਿ डिस्कनेक्ट हो गया, मेरी आवाज़ सुन नहीं पा रहे। सोई साहब, वही सवाल मैं तुहाडे तो लैन लग्या। गल तो एक ही है, पंजाबी की एक कहावत आपां सारे जानते हैं, किसी ने बुल्ले नूं पुछया कि रब दा की पाउणा, वो कहंदा इधरों पुट्टना ते इधरों लाउणा। आपां कांग्रेस की गल ना करिए, सोई साहब भाजपा की गल कर लैने हैं। क्यों राहुल दा यात्री विछड़ गया तो भाजपा वाल चलिया गया, किवें देखदे हो सोई साहब? ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਆ ਡਿਬੇਟ 'ਚ ਬੁਲਾਇਆ ਹੈ। ਮਿਹਰਬਾਨੀ। ਦੂਜੇ ਪਾਸੇ ਜਦੋਂ ਰਾਜਨੀਤੀ 'ਚ ਜਿਹੜਾ ਕੋਈ ਬੰਦਾ ਚੰਗੇ ਕੰਮ ਕਰਨਾ ਚਾਹੁੰਦਾ ਉਹ ਹਮੇਸ਼ਾ ਹੀ ਚੰਗਾ ਪਲੇਟਫਾਰਮ, ਤੇ ਮੈਨੂੰ ਲੱਗਦਾ ਹੈਗਾ ਕਿ ਇਸ ਵਕਤ ਬੀਜੇਪੀ ਤੋਂ ਵਧੀਆ ਕੋਈ ਪਲੇਟਫਾਰਮ, ਆਈਡੀਓਲੋਜੀਕਲ ਪਲੇਟਫਾਰਮ, ਦੀਆਂ ਮੁਸ਼ਕਲਾਂ ਹੱਲ ਕਰਨ ਵਾਲਾ ਪਲੇਟਫਾਰਮ, ਰਾਸ਼ਟਰ ਭਗਤੀ ਵਾਲਾ ਪਲੇਟਫਾਰਮ, ਤੇ ਇਹਨਾਂ ਦਾ ਕਿਸਾਨਾਂ ਦਾ ਪੱਧਰ ਉੱਚਾ ਕਰਨ वाला, किसानों की इनकम डबल करने वाला प्लेटफॉर्म कोई होर हिंदुस्तान नहीं है। ते मनप्रीत बादल उन्होंने सारे तजर्बे कर ले, उन्होंने देख लिया अकाली दल नूं भी कि अकाली दल च किदां दा उन्हां दा जो बेइज्जती हुंदी सीगी, जिस तरह उन्हां दीयां कोई अच्छियां पॉलिसीज़ नूं ही दरकिनार कीता जांदा सी। फिर उन्होंने अपना एक्सपेरिमेंट कीता ते 6.5% वोट लैके ते उन्हां दी पार्टी आई। Then he thought कि कांग्रेस वाले ने, बट ਜਿਹੜਾ ਇੱਕ ਬੱਚਾ ਹੁੰਦਾ ਨਾ ਜੀ, ਜਿਹੜਾ ਹੀਰਾ ਹੁੰਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਉਹਦੀ ਜਗ੍ਹਾ ਕਿੱਥੇ ਹੈਗੀ ਹੈ। ਪਿਛਲੇ 8-9 ਮਹੀਨਿਆਂ 'ਚ ਉਹ ਆਲਮੋਸਟ ਪੋਲੀਟੀਕਲ ਸੀਨ ਤੋਂ ਬਾਹਰ ਹੀ ਸੀਗੇ, ਲੇਕਿਨ ਉਹਨਾਂ ਨੇ ਐਨਾਲਿਸਿਸ ਕੀਤਾ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਜਾਂ ਉਹਨਾਂ ਦੀ ਜਿਹੜੀ ਸੋਚ ਹੈ ਉਹ ਬੀਜੇਪੀ ਦੀ ਸੋਚ ਨਾਲ ਮੈਚ ਕਰਦੀ ਹੈ, ਤੇ ਬੀਜੇਪੀ 'ਚ ਉਹਨਾਂ ਦਾ ਪਲੇਟਫਾਰਮ ਮਿਲ ਸਕਦਾ ਕਿ ਲੋਕਾਂ ਦੀ ਸੇਵਾ ਕਰ ਸਕਣ। ਲੱਗਦਾ ਸ਼ੁਰੂ ਤੋਂ ਹੀ ਮਨਪ੍ਰੀਤ ਬਾਦਲ ਉਹਨਾਂ ਦਾ ਜੋ ਵੀ ਅਸੀਂ ਉਹਨਾਂ ਦੇ ਸ਼ਖਸੀਅਤ ਬਾਰੇ ਜਾਣੀਏ, ਬੜੀ ਮੌਕਾ ਮਿਲਿਆ ਉਹਨਾਂ ਨਾਲ ਬੈਠਣ ਦਾ, ਗੱਲਬਾਤ ਕਰਨ ਦਾ, ਤੇ ਮੈਨੂੰ ਲੱਗਾ ਬੜੀ ਨਿਹਾਇਤ ਹੀ ਸ਼ਰੀਫ ਸ਼ਖਸੀਅਤ ਹੈਗੀ ਹੈ। ਇੱਦਾਂ ਦੇ ਲੋਕਾਂ ਦਾ ਵੈਲਕਮ ਹੈਗਾ, ਉਹਨਾਂ ਨੂੰ ਇੱਦਾਂ ਦਾ ਪਲੇਟਫਾਰਮ ਮਿਲੇਗਾ ਕਿ ਲੋਕਾਂ ਦੀ ਸੇਵਾ ਵੀ ਕਰ ਸਕਣ, ਤੇ ਜਿਹੜੇ ਉਹਨਾਂ ਦੇ ਆਪਣੀ ਉਹਨਾਂ ਦੀ ਜੋ ਵਿਚਾਰਧਾਰਾ ਹੈਗੀ ਹੈ ਉਹਨੂੰ ਅੱਗੇ ਲੈ ਕੇ ਜਾਣ 'ਚ ਕਾਮਯਾਬ ਹੋਣ। ਜੀ ਜੀ, ਵੀ ਹੋਲ ਹਾਰਟਲੀ ਵੈਲਕਮ ਮਨਪ੍ਰੀਤ ਸਿੰਘ ਬਾਦਲ ਜੀ। ਡਾਕਟਰ ਸੋਈ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਇਸੇ ਮੁੱਦੇ ਤੇ ਸਵਾਲ ਲੈਣੇ ਆ ਸਾਡੇ ਦੂਜੇ ਮਹਿਮਾਨ ਤਾਰਨੀ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਡਾਕਟਰ ਸੋਈ ਨੇ ਕਿਹਾ ਕਿ ਅਕਾਲੀ ਦਲ 'ਚ ਵੀ ਉਸ ਨੂੰ ਜਿਸ ਤਰ੍ਹਾਂ ਦੀ ਬੇਚੈਨੀ ਹੋਈ, ਬੜਾ ਲੰਬਾ ਸਮਾਂ ਉਹਨੇ ਅਕਾਲੀ ਦਲ ਦੇ ਅੰਦਰ ਕੰਮ ਕੀਤਾ, ਤੇ ਹੁਣ ਜਿਹੜਾ ਉਹਨਾਂ ਨੇ ਭਾਜਪਾ ਵੱਲ ਰੁਖ ਕਰ ਲਿਆ। ਸੋਈ ਸਾਹਿਬ ਗੱਲ ਕਰ ਰਹੇ ਆ ਨਾ, ਇਹਨਾਂ ਦੇ ਮੂੰਹ ਤੋਂ ਇਹ ਵਰਡ ਜਦੋਂ ਆਈਡੀਓਲੋਜੀਕਲ ਪਾਰਟੀ ਦੀ ਗੱਲ ਕਰਦੇ ਹੈਗੇ ਆ ਨਾ, ਇਹ ਜੱਚਦੀ ਨਹੀਂ ਹੈਗੀ। ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਇੱਕ ਟਾਈਮ ਸੀ ਜਦੋਂ ਜਿਹੜੀ ਹੈਗੀ ਆ ਬੀਜੇਪੀ, ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈਗੀ ਆਰਐਸਐਸ ਦੀ ਆਈਡੀਓਲੋਜੀ ਦੇ ਉੱਤੇ ਇਹ ਕੰਮ ਕਰਿਆ ਕਰਦੇ ਸੀ, ਔਰ ਉਹ ਆਈਡੀਓਲੋਜੀ ਤੇ ਉਹ ਚੱਲਦੇ ਵੀ ਸੀ। ਅੱਜ ਇਹ ਆਰਐਸਐਸ ਨੂੰ ਛੱਡ ਕੇ ਇਹਨਾਂ ਦਾ ਜਿਹੜਾ ਹੁਣ ਆਈਡੀਓਲੋਜੀ ਹੈਗੀ ਹੈ ਨਾ, ਉਹ ਨੰਬਰਸ ਦੀ ਆਈਡੀਓਲੋਜੀ ਰਹਿ ਗਈ। ਔਰ ਨੰਬਰਸ ਦੇ ਵਿੱਚ ਇਹ ਜਿਹੜਾ ਹੈਗਾ, ਇਹਨਾਂ ਨੇ ਹਰ ਪਾਰਟੀਆਂ ਦੇ ਵਿੱਚ ਘਾਤ ਲਾਉਣੀ ਸ਼ੁਰੂ ਕਰ ਲਈ, ਔਰ ਇਹ ਇਹਨਾਂ ਦੀ ਆਈਡੀਓਲੋਜੀ ਬਣੀ ਵੀ ਹੈਗੀ ਆ।
ਕਿਸੇ ਦਾ ਗਲ ਮਰੋੜਦੇ ਆ, ਕਿਸੇ ਦੇ ਤੇ ਈਡੀ ਛੱਡਦੇ ਆ, ਕਿਸੇ ਦੇ ਤੇ ਸੀਬੀਆਈ ਛੱਡਦੇ ਆ, ਕਿਸੇ ਦੇ ਕੁਝ ਛੱਡਦੇ ਆ। ਔਰ ਜਿਹੜੇ ਚੋਰ ਹੈ ਉਹ ਜਾਨ ਬਚਾ ਕੇ ਇੱਕ ਪਾਸੇ ਤੋਂ ਭੱਜਦੇ ਆ ਦੂਏ ਪਾਸੇ। ਤੁਹਾਨੂੰ ਯਾਦ ਹੋਣਾ ਕਿ 4 ਕੁ ਦਿਨ ਪਹਿਲਾਂ ਹੀ ਹੋਇਆ ਸੀ ਕਿ ਬਠਿੰਡੇ ਦੇ ਵਿੱਚ ਜਿਹੜੇ ਗੁੰਡਾ ਟੈਕਸ ਹੈ ਜਿਹੜਾ ਉਹ ਯੂਜ਼ ਕਰਨ ਵਾਲੇ ਬੰਦੇ, ਜਿਹਦੇ ਵਿੱਚ ਸਭ ਤੋਂ ਵੱਧ ਮਨਪ੍ਰੀਤ ਬਾਦਲ ਦੇ ਜਿਹੜਾ ਹੈਗਾ ਬ੍ਰਦਰ ਇਨ ਲਾ ਦਾ ਰੌਲਾ ਪਿਆ ਸੀ, ਉਸ ਵਾਸਤੇ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਹੈਗੀ ਹੈ ਨਾ ਆਮ ਆਦਮੀ ਪਾਰਟੀ, ਇਹਨਾਂ ਨੇ ਵਿਜੀਲੈਂਸ ਨੂੰ ਖੁੱਲੀਆਂ ਪਾਵਰਾਂ ਦਿੱਤੀਆਂ ਸੀ। ਔਰ ਉਹ ਪਾਵਰਾਂ ਜਿਹੜੀਆਂ ਜਿੱਦਣ ਤੋਂ ਗੁੰਡਾ ਟੈਕਸ ਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਉਸੇ ਦਿਨ ਤੋਂ ਜਿਹੜਾ ਹੈਗਾ। ਔਰ ਦੂਜੀ ਗੱਲ, ਬਾਲੇ ਜਿਹੜੇ ਖਾ ਰਹੇ ਹੁੰਦੇ ਆ ਨਾ ਉਹ ਚੋਰਾਂ ਨੂੰ ਹੀ ਖਾਂਦੇ ਆ, ਔਰ ਜਿਹੜਾ ਚੋਰ ਹੁੰਦਾ ਉਹੀ ਜਿਹੜਾ ਹੈਗਾ ਭੱਜਦਾ ਆਪਣੀ ਜਾਨ ਬਚਾ ਕੇ। ਸੋ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਅੰਦਰ ਵੀ ਕੋਈ ਚੋਰ ਹੋਊਗਾ, ਇਸ ਕਰਕੇ ਜਿਹੜਾ ਹੈਗਾ ਉਹ ਹੁਣ ਜਿਹੜੀ ਆਪਣੀ ਜਾਨ ਬਚਾਉਂਦੇ ਫਿਰਦੇ ਆ, ਜਗ੍ਹਾ ਤਲਾਸ਼ਦੇ ਫਿਰਦੇ ਆ। ਔਰ ਆਈਡੀਓਲੋਜੀ ਕਿਹੜੀ ਆ ਮਨਪ੍ਰੀਤ ਬਾਦਲ ਦੀ? ਕਦੇ ਉਹ ਪੰਥ ਦੀ ਗੱਲ ਕਰਦੇ ਸੀ, ਕਦੇ ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਭੱਜੇ ਦਾ ਨਿਸ਼ਾਨ ਚੱਕ ਲਿਆ, ਰਾਹੁਲ ਦੇ ਸੋਲੇ ਗਾਉਣੇ ਸ਼ੁਰੂ ਕਰਤੇ। ਹੁਣ ਉਹ ਜਿਹੜੇ ਹੈਗੇ ਆ ਬੀਜੇਪੀ ਦੇ ਨੱਡਾ ਸਾਹਿਬ ਦੇ ਔਰ ਮੋਦੀ ਸਾਹਿਬ ਦੇ ਸੋਲੇ ਗਾਉਣੇ ਸ਼ੁਰੂ ਕਰ ਦੇਣਗੇ। ਆਈਡੀਓਲੋਜੀ ਕਿਹੜੀ ਆ? ਬੀਜੇਪੀ ਦੀ ਆਈਡੀਓਲੋਜੀ ਤਾਂ ਖਤਮ ਹੋ ਗਈ ਹੈ, ਔਰ ਕੋਈ ਬੀਜੇਪੀ ਕੋਲ ਕੋਈ ਆਈਡੀਓਲੋਜੀ ਨਹੀਂ ਹੈਗੀ। ਇਹ ਜਿੰਨੇ ਹੈਗੇ ਆ ਇਹ ਚੋਰ ਜਾਨ ਬਚਾ ਕੇ। ਕੈਪਟਨ ਸਾਹਿਬ ਨੇ ਕਿਹੜਾ ਕੰਮ ਨਹੀਂ ਕੀਤਾ? ਅੱਜ ਉਹ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੇ ਸਾਰੇ ਪਾਪ ਧੋਤੇ ਗਏ। ਗੰਗਾ ਨਹਾਉਣ ਹੋ ਗਿਆ, ਸਿੱਧੂ ਸਾਹਿਬ ਦੀ ਗੱਲ ਕਰ ਲਓ, ਹੋਰ ਜਿਹੜੇ ਹੈਗਾ ਕਾਂਗੜ ਵਰਗੇ। ਪਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਮੰਚ ਤੋਂ ਦੱਸਣੀ ਚਾਹੁੰਦਾ ਕਿ ਇੱਕ ਟਾਈਮ ਸੀ ਜਦੋਂ ਪੰਜਾਬ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ ਕੀ ਕਰਦੇ ਸੀ? ਸਾਡੇ ਹੀ ਲੋਕਾਂ ਦੇ ਵਿੱਚੋਂ ਇੱਕ ਬੰਦੇ ਨੂੰ ਪੱਟਦੇ ਸੀ, ਗਦਾਰ ਬਣਾਉਂਦੇ ਸੀ, ਉਹਦੀ ਉਹ ਕੌਮ ਦੇ ਖਿਲਾਫ ਗਦਾਰੀਆਂ ਕਰਾਉਂਦੇ ਸੀ, ਬਾਅਦ ਦੇ ਵਿੱਚ ਉਹਨੂੰ ਮਾਰ ਦਿੰਦੇ ਸੀ। ਉਹ ਕਹਿੰਦੇ ਜਿਹੜਾ ਆਪਣੀ ਕੌਮ ਦਾ ਨਹੀਂ ਬਣਿਆ, ਆਪਣੇ ਲੋਕਾਂ ਦਾ ਨਹੀਂ ਬਣਿਆ, ਉਹ ਸਾਡਾ ਕੀ ਬਣੂਗਾ। ਔਰ ਇਹ ਜਿਹੜੀ ਹੌਲੀ ਆ ਕਾਂਗੜ ਦੀ ਕਦੇ ਇਨਕੁਆਰੀ ਖੁੱਲ ਗਈ, ਕਦੇ ਕਿਸੇ ਦੀ ਖੁੱਲ ਗਈ। ਇਹ ਜਿਹੜੇ ਚੋਰ ਭੱਜ ਕੇ ਦੂਏ ਪਾਸੇ ਜਾਨ ਬਚਾਉਣ ਦੇ ਤਰੀਕੇ ਦੇ ਨਾਲ ਗਏ ਹੈਗੇ ਨਾ, ਇਹ ਕਹਾਂ ਗਏ ਵੀ ਉਹਨਾਂ ਨੇ ਆਪ ਹੀ ਮਾਰ ਦੇਣੇ ਆ। ਤੁਹਾਡੇ ਸਾਹਮਣੇ ਦੇਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ, ਚਾਹੇ ਆਪ ਤੁਸੀਂ ਪਿਛਲੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ, ਯਾਤਰਾ ਕਰ ਰਹੇ ਹੈਗੇ ਆ, ਉਹ ਵੀ ਆਇਓ ਜਾਨ ਬਚਾ ਕੇ ਭੱਜੇ ਸੀ। ਸੋ ਇਸ ਕਰਕੇ ਮਨਪ੍ਰੀਤ ਦਾ ਜਾਣਾ ਜਾਂ ਨਾ ਜਾਣਾ ਇਹ ਅਕਾਲੀ ਦਲ ਨੂੰ ਕਦੇ ਕੋਈ ਮੈਨਾ ਨਹੀਂ ਰੱਖਦਾ ਜੀ। ਪਹਿਲਾਂ ਜਿਹੜਾ ਬਿਲਕੁਲ ਧਾਨੀ ਸਾਹਿਬ ਦਿੱਤਾ ਸੀ। ਤੁਹਾਡਾ ਵਿਊ ਪੁਆਇੰਟ ਆ ਗਿਆ। ਫਿਰ ਆਵਾਂਗੇ ਆਪਾਂ ਇਸੇ ਮੁੱਦੇ ਤੇ। ਸਾਡੇ ਨਾਲ ਜਿਹੜਾ ਹੈਗਾ ਬਰਾਗੀ ਜੀ ਵੀ ਜੁੜੇ ਹੈ। ਬਰਾਗੀ, ਜਿਸ ਮੁੱਦੇ ਤੇ ਗੱਲ ਹੋ ਰਹੀ ਹੈ, ਦੇਖੋ ਮਨਪ੍ਰੀਤ ਬਾਦਲ ਇੱਕ ਵਿੱਤ ਮੰਤਰੀ, ਮੈਂ ਵੀ ਇੱਕ ਜਰਨਲਿਸਟ ਕਹਾਂਗਾ ਕਿ ਪੰਜਾਬ 'ਚ ਕਾਫੀ ਅਰਸੇ ਬਾਅਦ ਵਿੱਤ ਮੰਤਰੀ ਦਾ ਨਾਂ ਪੱਕੇ ਤੌਰ ਤੇ ਕਿਸੇ ਰਾਜਸੀ ਚਿਹਰੇ ਦੇ ਨਾਲ ਜੁੜਦਾ ਰਿਹਾ ਤਾਂ ਉਹ ਹੈ ਮਨਪ੍ਰੀਤ ਬਾਦਲ। ਮਨਪ੍ਰੀਤ ਬਾਦਲ, ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਆਪਣੀ ਡਿਬੇਟ 'ਚ ਆਉਣ ਤੋਂ ਪਹਿਲਾਂ। ਉਹ ਕਹਿ ਰਹੇ ਸੀ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਸਥਿਤੀ ਹੈ, ਬੇਰੁਜ਼ਗਾਰੀ ਹੈ, ਪੰਜਾਬ ਇਸ ਤਰ੍ਹਾਂ ਦਾ ਨਹੀਂ, ਪੰਜਾਬ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਤਾਂ ਪੰਜਾਬ ਕਿਉਂ ਇਸ ਤਰ੍ਹਾਂ ਭੁਗਤ ਰਿਹਾ। ਔਰ ਭਾਜਪਾ ਕਹਿ ਰਹੀ ਹੈ ਕਿ ਪੰਜਾਬ ਇਸ ਤਰ੍ਹਾਂ ਦਾ ਕਿਉਂ, ਪੰਜਾਬ ਨੂੰ ਚੰਗਾ ਹੋਣਾ ਚਾਹੀਦਾ। ਤੇ ਮਨਪ੍ਰੀਤ ਬਾਦਲ ਨੇ ਵੀ ਉਸ ਪਾਸੇ ਵੱਲ ਨੂੰ ਕਦਮ ਲਿਆ ਪੰਜਾਬ ਨੂੰ ਚੰਗਾ ਬਣਾਉਣ ਦੇ ਲਈ। ਕਿਵੇਂ ਦੇਖਦੇ ਹੋ? ਬਿਲਕੁਲ ਸਹੀ ਗੱਲ ਹੈ ਜੀ। ਮਨਪ੍ਰੀਤ ਬਾਦਲ ਸਾਹਿਬ ਕਾਫੀ ਰਿਨਾਊਂਡ ਫੇਸ ਤੇ ਨੇਮ ਨੇ ਪੰਜਾਬ ਪੋਲਿਟਿਕਸ ਦਾ। ਇੱਕ ਪੋਲੀਟੀਕਲ ਲੈਗੇਸੀ ਉਹਨਾਂ ਦੇ ਨਾਲ ਹੈਗੀ ਆ, ਤਕਰੀਬਨ 90 ਤੋਂ ਉਹਨਾਂ ਨੇ ਆਪਦਾ ਪੋਲੀਟੀਕਲ ਕੈਰੀਅਰ ਕੀਤਾ ਤੇ ਵਾਕਿਆ ਹੀ ਸਹੀ ਗੱਲ ਆ, ਵਿੱਤ ਮੰਤਰੀ ਦੇ ਨਾਂ ਦੇ ਨਾਲ ਉਹ ਕਾਫੀ ਮਕਬੂਲ ਵੀ ਹੈ ਤੇ ਉਹਨਾਂ ਦੀ ਪਹਿਚਾਣ ਵੀ ਇੱਕ ਹੈਗੀ ਪੰਜਾਬ ਦੇ। ਸੈਕੰਡਲੀ ਜੇ ਮੈਂ ਗੱਲ ਕਰਾਂ, ਉਹ ਹਮੇਸ਼ਾ ਹੀ ਆਪਦੀ ਇੱਕ ਆਈਡੀਓਲੋਜੀ ਨੂੰ ਅੱਗੇ ਫਾਰਵਰਡ ਕਰਦੇ ਹੋਏ ਹਮੇਸ਼ਾ ਹੀ ਫ੍ਰੀ ਵੀਜ਼ ਦੀ ਗੱਲ ਕਰਦੇ ਆ ਤੇ ਉਹ ਉਹਨਾਂ ਦੇ ਬੜਾ ਹੱਕ 'ਚ ਨਹੀਂ, ਇਸ 'ਚ ਕੋਈ ਦੋ ਰਹਿ ਨਹੀਂ। ਪੰਜਾਬ ਦਾ ਬਹੁਤਾ ਸੈਕਸ਼ਨ ਉਹਨਾਂ ਨੂੰ ਇਸ ਚੀਜ਼ ਲਈ ਇੰਡੋਰਸ ਵੀ ਕਰਦਾ ਵੀ ਫ੍ਰੀ ਵੀਜ਼। ਤੇ ਬੀਜੇਪੀ ਦਾ ਹੁਣ ਉਹਨਾਂ ਨੇ ਪੱਲਾ ਫੜਿਆ ਕਾਂਗਰਸ ਨੂੰ ਛੱਡ ਕੇ, ਉਵੇਂ ਜਿਵੇਂ ਹੀ ਪਹਿਲਾਂ ਜਿਵੇਂ ਅਕਾਲੀਆਂ ਨੂੰ ਜਾਂ ਆਪਣੀ ਪਾਰਟੀ ਮਰਜ ਕਰਕੇ ਉਹ ਕਾਂਗਰਸ 'ਚ ਆਏ ਸੀਗੇ ਤੇ ਕਾਂਗਰਸ ਨੇ ਵੀ ਕਾਫੀ ਟਾਈਮ ਤੋਂ ਉਹਨਾਂ ਨੂੰ ਇਗਨੋਰ ਰੱਖਿਆ ਸੀਗਾ, ਚਾਹੇ ਉਹ ਲੋਕਲ ਪੋਲੀਟਿਕਸ ਹੋਵੇ ਚਾਹੇ ਪੰਜਾਬ ਲੈਵਲ ਤੋਂ ਹੋਵੇ। ਤੇ ਹੁਣ ਅੱਗੇ ਦੇਖਦੇ ਹਾਂ, ਇਹ 'ਚ ਕੋਈ ਦੋ ਰਹਿ ਨਹੀਂ ਕਿ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਚ ਇੱਕ ਕਦਾਵਰ ਨੇਤਾ ਨੇ। ਬਿਲਕੁਲ ਠੀਕ। ਖੜਿਆਲ ਸਾਹਿਬ, ਮੈਂ ਕਿਸੇ ਵਜ੍ਹਾ ਕਰਕੇ ਤੁਹਾਡੇ ਨਾਲ ਸੰਪਰਕ ਨਹੀਂ ਸੀ ਹੋ ਪਾ ਰਿਹਾ। ਜਿਹੜਾ ਸਵਾਲ ਮੈਂ ਲਿਆ ਸੀ, ਸਵਾਲ ਤੁਹਾਡੇ ਤੋਂ ਹੁਣ ਉਹੀ ਸਵਾਲ ਦੁਹਰਾ ਰਿਹਾ ਕਿ ਕਿਸ ਕਦਰ ਜਿਹੜਾ ਰਾਹੁਲ ਗਾਂਧੀ, ਜਿਨ੍ਹਾਂ ਨੇ ਪੰਜਾਬ ਤੋਂ ਆਪਣੀ ਯਾਤਰਾ ਕਰਦਿਆਂ ਬਾਹਰ ਕਦਮ ਰੱਖਿਆ ਹਿਮਾਚਲ 'ਚ, ਤੇ ਇੱਕ ਵੱਡਾ ਯਾਤਰੀ ਜਿਹਦਾ ਨਾਮ ਬਾਦਲ ਹੈ, ਉਹ ਯਾਤਰਾ 'ਚੋਂ ਵਿਛੜ ਗਿਆ। ਤੁਸੀਂ ਨਹੀਂ ਆਏ ਤਾਂ ਮੈਂ ਭਾਜਪਾ ਤੋਂ ਸਵਾਲ ਲਿਆ, ਪਰ ਮੈਂ ਗੱਲ ਜ਼ਰੂਰ ਪੰਜਾਬੀਆਂ ਦੀ ਕਹਾਵਤ ਹੈ ਦੁਹਰਾਈ। ਕਿਸੇ ਨੇ ਪੁੱਛਿਆ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਉਹ ਕਹਿੰਦਾ ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ।
ਕਾਂਗਰਸ ਚੋਂ ਗਏ ਤੇ ਭਾਜਪਾ ਚਲੇ ਗਏ ਹੈ। ਇਹ ਕੀ ਬਰਤਾਂਤਾ ਹੈ, ਕੀ ਵਰਤਾਰਾ ਹੈ ਖਡਿਆਲ ਸਾਹਿਬ ਕਿ ਯਾਤਰਾ ਕਿੱਧਰ ਦੀ ਕਿੱਧਰ ਚਲੀ ਗਈ ਹੈ ਬਾਦਲ ਸਾਹਿਬ ਦੀ? ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ, ਜਿਹੜੇ ਹਜੇ ਤੱਕ ਲੀਡਰਸ ਕਾਂਗਰਸ ਪਾਰਟੀ ਤੋਂ ਬੀਜੇਪੀ ਦੇ ਵਿੱਚ ਗਏ ਹੈ, ਉਹ ਸਾਰੇ ਲੀਡਰਸ ਹਾਰੇ ਹੋਏ ਹੈ। ਉਹਨਾਂ ਚੋਂ ਇੱਕ ਵੀ ਲੀਡਰ ਪੰਜਾਬ ਦਾ ਇਲੈਕਸ਼ਨ ਨਹੀਂ ਜਿੱਤਿਆ ਕੋਈ। ਅੱਛਾ ਸਿੱਧੂ ਸਾਹਿਬ, ਇਕੋ ਆ ਰਹੀ ਹੈ, ਮੈਂ ਕੰਟੀਨਿਊ ਕਰਦਾ ਜ਼ਰਾ ਟੀਮ ਨੂੰ। ਤੁਸੀਂ ਕੰਟੀਨਿਊ ਕਰੋ ਪਲੀਜ਼, ਤੁਹਾਡੀ ਆਵਾਜ਼ ਠੀਕ ਸੁਣਾਈ ਦੇ ਰਹੀ ਹੈ, ਠੀਕ ਆਵਾਜ਼ ਆ ਰਹੀ ਹੈ ਜੀ। ਸੋ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਲੀਡਰ ਇਹਨਾਂ ਚੋਂ ਜਿੱਤਿਆ ਹੋਇਆ ਨਹੀਂ, ਸਾਰੇ ਹਾਰੇ ਹੋਏ ਆ। ਸੋ ਇੱਥੋਂ ਇੱਕ ਚੀਜ਼ ਦਾ ਹਿਸਾਬ ਲੱਗ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਨਹੀਂ, ਕਾਂਗਰਸ ਪਾਰਟੀ ਨੂੰ ਫਾਇਦਾ ਹੋਊਗਾ ਇਹਦਾ। ਦੂਜੀ ਗੱਲ, ਜਿਹੜਾ ਆਪਣਾ ਕਹਿ ਰਹੇ ਹੈ ਕਿ ਵੱਡੇ ਲੀਡਰ ਹੈ ਜੀ, ਵੱਡੇ ਲੀਡਰ ਇੱਧਰ ਚਲੇ ਗਏ। ਮੈਂ ਦੱਸਦਾ, ਅੱਜ ਦੇ ਟਾਈਮ 'ਚ ਪੰਜਾਬ 'ਚ ਕੋਈ ਵੱਡਾ ਲੀਡਰ ਨਹੀਂ ਹੈ। ਇਹ ਵੱਡੇ ਲੀਡਰ ਵਾਲਾ ਭੁਲੇਖਾ ਲੋਕਾਂ ਨੇ ਸਭ ਦਾ ਕੱਢਤਾ। ਆ ਜਿਹੜੇ ਹਾਲ ਹੀ ਦੇ ਵਿੱਚ ਇਲੈਕਸ਼ਨ ਹੋਏ ਆ, ਸਾਰੇ ਫਾਰਮਰ ਸੀਐਮ, ਪੁਰਾਣੇ ਮੁੱਖ ਮੰਤਰੀ ਹਰਾਤੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਵੱਡੇ ਲੀਡਰ ਨਹੀਂ ਚਾਹੁੰਦਾ, ਪੰਜਾਬ ਉਹ ਲੀਡਰ ਚਾਹੁੰਦਾ ਜੋ ਉਹਨਾਂ ਨਾਲ ਖੜਦੇ ਆ, ਜੋ ਉਹਨਾਂ ਦੀ ਗੱਲ ਸੁਣਦੇ ਆ ਤੇ ਉਹਦਾ ਸਮਾਧਾਨ ਕਰਦੇ ਆ। ਤੀਜਾ ਇਹ ਹੈ ਸਿੱਧੂ ਸਾਹਿਬ ਕਿ ਕਾਂਗਰਸ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਨਹੀਂ ਚੱਲਦੀ, ਕਿਸੇ ਇੱਕ ਇੰਡੀਵਿਜੂਅਲ ਕਰਕੇ ਨਹੀਂ ਚੱਲਦੀ। ਜਿਹੜੇ ਕਾਂਗਰਸ ਦੇ ਲੱਖਾਂ ਕਰੋੜਾਂ ਵਰਕਰਸ ਨੇ, ਉਹ ਕਾਂਗਰਸ ਪਾਰਟੀ ਨੂੰ ਚਲਾਉਂਦੇ ਆ, ਉਹਨਾਂ ਦੀ ਮਿਹਨਤ ਕਰਕੇ ਕਾਂਗਰਸ ਪਾਰਟੀ ਚੱਲਦੀ ਹੈ। ਤੇ ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ ਸਿੱਧੂ ਸਾਹਿਬ, ਇਹ ਬੀਜੇਪੀ ਕੋਲੇ ਕਿਹੜੀ ਵਾਸ਼ਿੰਗ ਮਸ਼ੀਨ ਹੈ, ਕਿਹੜਾ ਸਰਫ ਐਕਸਲ ਹੈ ਜੋ ਇਹ ਸਾਡੇ ਲੀਡਰਾਂ ਦੇ ਪਹਿਲਾਂ ਤਾਂ ਇਲਜ਼ਾਮ ਲਾ ਦਿੰਦੇ ਆ ਜੀ, ਵੱਡੇ ਵੱਡੇ ਉਹਨਾਂ ਤੇ ਤੰਜ ਕੱਸਦੇ ਰਹਿੰਦੇ ਆ, ਤੇ ਜਦੋਂ ਸ਼ਾਮਿਲ ਹੋ ਜਾਂਦੇ ਆ ਬੀਜੇਪੀ ਦੇ ਵਿੱਚ ਉਹ ਬਿਲਕੁਲ ਦੁੱਤ ਉੱਤੇ ਹੋ ਜਾਂਦੇ ਆ। ਮੈਨੂੰ ਬੀਜੇਪੀ ਗੱਲ ਦੱਸੇ ਕਿ ਤੁਹਾਡੀ ਕੋਈ ਆਈਡੀਓਲੋਜੀ ਹੈ, ਤੁਹਾਡਾ ਕੋਈ ਸਟੈਂਡ ਹੈ ਕਿ ਸਿਰਫ ਔਰ ਸਿਰਫ ਆਪਰੇਸ਼ਨ ਲੋਟਸ ਦੀ ਲੈਗੇਸੀ ਹੈ ਬੀਜੇਪੀ ਦੀ? ਕਿਉਂਕਿ ਜੇ ਤੁਸੀਂ ਕਿਸੇ ਨੂੰ ਕਿਸੇ ਤੇ ਤੰਜ ਕੱਸਦੇ ਹੋ, ਕਿਸੇ ਤੇ ਉਂਗਲ ਚੱਕਦੇ ਹੋ, ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਆਪਣੀ ਪਾਰਟੀ 'ਚ ਇੰਡਕਟ ਕਰ ਲੈਂਦੇ ਹੋ, ਇਹ ਤੋਂ ਪਤਾ ਲੱਗ ਜਾਂਦਾ ਕਿ ਆਈਡੀਓਲੋਜੀਕਲ ਸਟੈਂਡ ਬੀਜੇਪੀ ਦਾ ਕੋਈ ਨਹੀਂ ਹੈ। ਅੱਛਾ, ਉਸ ਤੋਂ ਬਾਅਦ ਬੀਜੇਪੀ ਦੀ ਜਿਹੜਾ ਆਪਰੇਸ਼ਨ ਲੋਟਸ ਦੀ ਲੈਗੇਸੀ ਹੈ ਸਿੱਧੂ ਸਾਹਿਬ, ਜੋ ਬੀਜੇਪੀ ਨੂੰ ਸਿਰਫ ਔਰ ਸਿਰਫ ਇਕਲੌਤੀ ਚੀਜ਼ ਹੈ ਜੋ ਆਉਂਦੀ ਹੈ, ਤੁਸੀਂ ਦੇਖੋ ਗੋਆ, ਕਰਨਾਟਕਾ, ਮਹਾਰਾਸ਼ਟਰ, ਅਸਾਮ, ਮੱਧ ਪ੍ਰਦੇਸ਼, ਬਿਹਾਰ, ਅਰੁਣਾਚਲ, ਮਣੀਪੁਰ, ਮੇਘਾਲਿਆ, ਪੰਜਾਬ ਤੇ ਤੇਲੰਗਾਨਾ, ਇਹ ਸਾਰੇ ਸੂਬਿਆਂ ਦੇ ਵਿੱਚ ਬੀਜੇਪੀ ਨੇ ਆਪਰੇਸ਼ਨ ਲੋਟਸ ਕੀਤਾ। ਤੇ ਬੀਜੇਪੀ ਚਾਹੇ ਇੱਕ ਲੀਡਰ ਲੈ ਲੇ, ਚਾਹੇ 10 ਲੈ ਲੇ, ਚਾਹੇ 50 ਲੈ ਲੇ, ਨਾ ਪੰਜਾਬ ਨੇ ਕੱਲ ਬੀਜੇਪੀ ਨੂੰ ਸਵੀਕਾਰ ਕੀਤਾ ਸੀਗਾ, ਨਾ ਅੱਜ ਪੰਜਾਬ ਕਰ ਰਿਹਾ ਹੈ ਤੇ ਨਾ ਹੀ ਕੱਲ ਕਰੂਗਾ, ਕਿਉਂਕਿ ਬੀਜੇਪੀ ਦੇ ਨੇਤਾ ਵੀ ਬੀਜੇਪੀ ਨੇਤਾ ਮੁਕਤ ਵੀ ਹੋ ਗਈ ਹੈ। ਤੇ ਬੀਜੇਪੀ ਦੀ ਜਿਹੜੀਆਂ ਪਹਿਲਾਂ ਨੀਤੀਆਂ ਰਹੀਆਂ, ਕਾਲੀਆਂ ਨੀਤੀਆਂ ਰਹੀਆਂ, ਫੋਰ ਐਗਜ਼ਾਮਪਲ ਕ੍ਰਿਸ਼ੀ ਕਾਨੂੰਨ, ਇਹ ਬਾਉਮਰ ਬੀਜੇਪੀ ਦਾ ਖਹਿੜਾ ਨਹੀਂ ਛੱਡਣਗੀਆਂ ਇਹ ਨੀਤੀਆਂ, ਤੇ ਇਹਦਾ ਖਾਮਿਆਜ਼ਾ ਇਹਨਾਂ ਨੂੰ ਬਾਉਮਰ ਪੰਜਾਬ 'ਚ ਭੁਗਤਣਾ ਪੈਣਾ ਹੈ। ਅੱਜ ਵੀ 3 ਸੀਟਾਂ ਤੇ ਨੇ, ਅੱਗੇ ਤੋਂ ਥੱਲੇ ਜਾਣਗੇ। ਤੇ ਜਿੱਥੋਂ ਤੱਕ ਅਲਾਇੰਸ ਹੈ, ਲਾਸਟ ਪੁਆਇੰਟ ਹੈ ਸਿੱਧੂ ਸਾਹਿਬ, ਬੀਜੇਪੀ ਹਮੇਸ਼ਾ ਦੇ ਸਹਾਰੇ ਦੀ ਲੋੜ ਪੈਂਦੀ ਹੈ, ਲੇਕਿਨ ਐਤਕੀ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਵੀ ਉਹ ਲਾਠੀ ਬਣਨ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਵੀ ਜੋ ਵੀ ਬੀਜੇਪੀ ਨਾਲ ਲੜੂਗਾ, ਅਲਾਇੰਸ ਕਰੂਗਾ ਜਾਂ ਬੀਜੇਪੀ 'ਚ ਜਾਊਗਾ, ਉਹਦਾ ਹਾਰਨਾ ਤੈਅ ਹੈ। ਸੋ ਦੇਅਰਫੋਰ ਸਾਡੇ ਲਈ ਤਾਂ ਫਾਇਦੇ ਵਾਲੀ ਗੱਲ ਹੋਈ ਹੈ, ਨੁਕਸਾਨ ਨਹੀਂ ਕੋਈ ਹੋਇਆ। ਖਿਆਲ ਜੀ ਤੁਹਾਡਾ ਵੀ ਪੁਆਇੰਟ ਆ ਗਿਆ। ਡਾਕਟਰ ਸੋਹੀ, ਜਿਹੜਾ ਮਹਿਮਾਨਾਂ ਵੱਲੋਂ ਸਵਾਲ ਜਿਹੜੇ ਲਏ ਗਏ ਆ, ਚਾਹੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਕਾਂਗਰਸ ਦੀ, ਇੱਕੋ ਗੱਲ ਹੈ, ਇੱਕ ਤਾਂ ਕਿਹਾ ਜਾ ਰਿਹਾ ਕਿ ਜੋ ਕੁਝ ਵਾਪਰ ਰਿਹਾ, ਜੋ ਵਰਤਾਰਾ ਪੋਲੀਟੀਕਲ ਤੌਰ ਤੇ ਭਾਜਪਾ ਦਾ ਚੱਲ ਰਿਹਾ, ਉਹ ਕਹਿ ਰਿਹਾ ਕਿ ਸਿਧਾਂਤਹੀਣ ਹੈ, ਕੋਈ ਸਿਧਾਂਤ ਨਹੀਂ ਹੈਗਾ, ਨੰਬਰ ਗੇਮ ਹੈ ਕਿ ਸੱਤਾ ਕਿਸ ਤਰੀਕੇ ਨਾਲ ਹਾਸਲ ਕਰਨੀ ਹੈ। ਕੀ ਵਜ੍ਹਾ ਹੈਗੀ ਆ? ਕਾਂਗਰਸ ਵਾਲੇ ਪੁੱਛ ਰਹੇ ਕਿ ਜੋ ਸਾਡੇ ਪਾਸੇ ਆਗੂ ਹੁੰਦੇ ਆ ਤਾਂ ਦੋਸ਼ ਲੱਗਦੇ ਆ, ਤਾਂ ਕਿਹੜੀ ਇਹੋ ਜਿਹੀ ਮਸ਼ੀਨ ਹੈ ਜੋ ਤੁਹਾਡੇ ਵੱਲ ਚਲੇ ਜਾਂਦੇ ਤਾਂ ਸਾਰੇ ਦੁੱਧ ਧੋਤੇ ਹੋ ਜਾਂਦੇ ਆ? ਜੀ ਡਾਕਟਰ ਸੋਹੀ। ਸਿੱਧੂ ਸਾਹਿਬ, ਮੈਨੂੰ ਨਾ ਮੇਰੇ ਦਾਦੀ ਜੀ ਇੱਕ ਕਹਾਵਤ ਕਹਿੰਦੇ ਹੁੰਦੇ ਸੀ ਕਿ ਹੋਇਆ ਨਾ ਜਾਏ ਫਿੱਟੇ ਮੂੰਹ ਗੋਡਿਆਂ ਦਾ। ਆਪਣੀ ਪਾਰਟੀਆਂ ਖੁਦ ਚਲਾਉਣੀਆਂ ਨਹੀਂ ਆਉਂਦੀਆਂ ਤੇ ਦੂਜਿਆਂ ਦੇ ਸਿਰ ਦੋਸ਼ ਮੜਦੇ ਪਏ ਨੇ। ਅਜੀ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ, ਜਿਹੜੇ ਰਾਹੁਲ ਗਾਂਧੀ ਜੀ, ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਜੀ ਸਾਡੀ ਕਾਂਗਰਸ ਜਿਹੜੀ ਹੈ ਆ ਸਾਫ਼ ਹੋ ਰਹੀ ਹੈ, ਕਾਂਗਰਸ ਸਾਫ਼ ਹੋ ਰਹੀ ਹੈ। ਹੁਣ ਦੇਖੋ ਦਾ ਮਤਲਬ ਹੈ ਕਿ ਕਾਂਗਰਸ ਜਿਹੜੀ ਸੀਗੀ ਇਦਾਂ ਦੇ ਐਲੀਮੈਂਟਸ ਨਾਲ ਭਰੀ ਹੋਈ ਸੀ ਜਿਹੜੀ ਸਾਫ਼ ਹੋ ਰਹੀ ਹੈ। ਹੁਣ ਦੇਖੋ ਜਿਹੜੀ ਵੀ ਸਟੇਟ 'ਚ ਜਾਓ, ਇਹਨਾਂ ਦੀਆਂ ਕੀ ਹੋ ਗਿਆ ਕਿ ਇਹ ਕਾਂਗਰਸ ਦੀਆਂ ਜਿਹੜੀਆਂ ਮਾਰੂ ਨੀਤੀਆਂ ਰਹੀਆਂ, ਦੇਸ਼ ਨੂੰ ਇਹਨਾਂ ਨੇ ਦੇਸ਼ ਲਿਆ ਹੈਗਾ ਸੀਗਾ ਬ੍ਰਿਟਿਸ਼ ਅੰਪਾਇਰ ਕੋਲੋਂ,
ਤੇ ਜਦੋਂ ਅੰਗਰੇਜ਼ ਜਿੱਦਾਂ ਪਾੜੂ ਤੇ ਰਾਜਨੀਤੀ ਕਰਦੇ ਸੀਗੇ ਨੇ ਵੱਖਰੀਆਂ ਵੱਖਰੀਆਂ ਜਿਹੜੀਆਂ ਧਰਮ ਤੇ ਜਾਤੀ ਦੇ ਉੱਪਰ ਇਹਨਾਂ ਨੇ ਕੀਤੀ ਤੇ ਹਰ ਜਗ੍ਹਾ ਤੇ ਜਾ ਕੇ ਵੰਡੀਆਂ ਪਾਈਆਂ। ਪੰਜਾਬ ਦਾ ਕਾਂਗਰਸ ਨੇ ਨੁਕਸਾਨ ਕੀਤਾ ਹੈ ਨਾ, ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਜਮਾਤ ਦਾ ਵੱਡਾ ਨੁਕਸਾਨ। ਇਹਨਾਂ ਨੇ ਸਾਡਾ ਪਵਿੱਤਰ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਾਇਆ, 84 ਦੇ ਦੰਗੇ ਕਰਾਏ। ਇਹਨਾਂ ਨੇ ਕੀ ਕੁਝ ਨਹੀਂ ਕੀਤਾ ਕਿ ਇਹਨਾਂ ਨੇ ਸਿੱਖ ਖਿਲਾਫ ਜਿੰਨੀਆਂ ਸਾਜ਼ਿਸ਼ਾਂ ਕਾਂਗਰਸ ਪਾਰਟੀ ਨੇ ਰਚੀਆਂ ਉਨੀਆਂ ਰਚ ਨਹੀਂ ਸਕਦਾ ਕੋਈ। ਇਸ ਕਰਕੇ ਸਿੱਖ ਤੇ ਇਹਨਾਂ ਨੂੰ ਕੋਈ ਮਾਫ ਕਰ ਹੀ ਨਹੀਂ ਸਕਦਾ। ਡਾਕਟਰ ਸੋਈ ਜਿਹੜਾ ਡਾਕਟਰ ਸੋਈ ਇੱਕ ਸਵਾਲ ਐਮ ਸੌਰੀ ਵਿੱਚ ਟੋਕਣ ਲੱਗਿਆ ਡਾਕਟਰ ਸੋਈ, ਇਹੀ ਸਵਾਲ ਤਾਂ ਜਿਹੜਾ ਹੈਗਾ ਖਡਿਆਲ ਜੀ ਲੈ ਰਿਹਾ, ਗੱਲ ਜਿਹੜੀ ਧਾਰਨੀ ਹੋਣੀ ਵੀ ਕਰ ਰਿਹਾ ਕਿ ਦੇਖੋ ਮਨਪ੍ਰੀਤ ਬਾਦਲ ਦੀ ਗੱਲ ਕਰਦੇ ਹਾਂ ਤਾਂ ਮਨਪ੍ਰੀਤ ਬਾਦਲ ਕਾਂਗਰਸ ਦੇ ਵਿੱਚ ਰਹੇ, ਜਿਹੜੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਉੱਤੇ ਦੋਸ਼ ਲੱਗ ਰਹੇ ਆ, ਉਸੇ ਪਾਰਟੀ 'ਚ ਕੈਪਟਨ ਅਮਰਿੰਦਰ ਉਸੇ ਪਾਰਟੀ ਦੇ ਮੁੱਖ ਮੰਤਰੀ ਰਹੇ। ਇਹੀ ਕਿਹਾ ਜਾ ਰਿਹਾ ਹੈ ਕਿ ਉਹੀ ਲੋਕ ਜਿਹੜੇ ਕਾਂਗਰਸ ਦੇ ਵਿੱਚ ਸੀਗੇ ਉਦੋਂ ਇਹ ਗੱਲਾਂ ਦਾ ਸਾਹਮਣਾ ਕਰਦੇ ਸੀ, ਉਹੀ ਹੁਣ ਭਾਜਪਾ 'ਚ ਆ ਗਏ। ਅਮਰਿੰਦਰ ਤੇ ਜੇ ਆਪਾਂ ਗੱਲ ਕਰ ਲਈਏ ਮਨਪ੍ਰੀਤ ਬਾਦਲ ਦੀ, ਕੋਈ ਛੋਟੇ ਨਾਂ ਨਹੀਂ ਨਾ ਜੀ ਡਾਕਟਰ ਸੋਈ। ਦੇਖੋ ਜਦੋਂ ਸਿੱਧੂ ਸਾਹਿਬ ਜਦੋਂ ਕਿਸੇ ਦੇਖੋ ਰਾਜਨੀਤੀ ਕੀ ਹੈ, ਰਾਜਨੀਤੀ ਹੈਗੀ ਹੈ ਸੇਵਾ। ਜਦੋਂ ਅਸੀਂ ਰਾਜਨੀਤੀ ਨੂੰ ਜੇ ਤੇ ਬਿਜ਼ਨਸ ਬਣਾ ਲਾਂਗੇ ਤੇ ਫਿਰ ਕਾਂਗਰਸ ਵਾਂਗੂ ਸਕੈਮ ਦੇ ਸਕੈਮ ਨਿਕਲਣਗੇ, 3G ਸਕੈਮ, 4G ਸਕੈਮ, WHO ਸਕੈਮ ਨਿਕਲਣਗੇ। ਬੀਜੇਪੀ ਤੇ ਜਿਹੜੇ ਬੰਦੇ ਦੀ ਸੇਵਾ ਕਰਦੀ ਉਹੀ ਆਂਦਾ। ਤੁਸੀਂ ਹੁਣੇ RSS ਦੀ ਗੱਲ ਕਰ ਰਹੇ ਸੀਗੇ ਧਾਰਨੀ ਸਾਹਿਬ, ਇਹਨਾਂ ਨੇ RSS ਨੂੰ ਛੱਡਤਾ, ਅਸੀਂ RSS ਨੂੰ ਨਹੀਂ ਛੱਡਿਆ। RSS ਦਿਲਾਂ 'ਚ ਸਾਡੇ ਖੂਨ 'ਚ ਵਸਦੀ ਹੈ ਧਾਰਨੀ ਸਾਹਿਬ, ਆ ਦਿਮਾਗ 'ਚ ਨਾ ਰੱਖਿਓ ਕਦੀ ਅਸੀਂ RSS ਛੱਡੀਏ। ਕਾਰਡੀਓਲੋਜੀ ਸਾਡਾ ਏਜੰਡਾ ਹੈਗਾ ਨੈਸ਼ਨਲਿਜ਼ਮ ਦਾ, ਰਾਸ਼ਟਰਵਾਦ ਦਾ। ਸਾਡੇ ਵਾਸਤੇ ਸਭ ਤੋਂ ਦੇਸ਼ ਹੈ, ਉਸ ਤੋਂ ਬਾਅਦ ਪਾਰਟੀ ਹੈ। ਜੇ ਕੋਈ ਸਾਡੇ ਕੋਲ ਬਚ ਜਾਵੇ ਤੇ ਫਿਰ ਅਸੀਂ ਸੈਲਫ ਹੈਗੇ ਆ। ਲੇਕਿਨ ਆ ਜਿਹੜੀ ਦੂਜੀਆਂ ਪਾਰਟੀਆਂ ਨੇ ਇਹਨਾਂ ਨੇ ਆਪਣੇ ਵੰਸ਼ਜ ਦੀ ਪਾਰਟੀ ਕੀਤੀ ਹੈ। ਤੁਸੀਂ ਕਹਿੰਦੇ ਸੀਗੇ ਧਾਰਨੀ ਸਾਹਿਬ ਤੁਹਾਡੇ ਕੋਲ ਬਿਨਾਂ, ਤੁਹਾਡੀ ਵੀ ਵੰਸ਼ਜ ਪਾਰਟੀ ਹੈ, ਬਾਦਲ ਤੇ ਬਾਦਲ ਇਹਨਾਂ ਦੀ ਵੀ ਪਾਰਟੀ ਹੈ। ਜਿਹੜੇ ਕਾਂਗਰਸ ਵਾਲੇ ਗਾਂਧੀ ਤੇ ਗਾਂਧੀ, ਰਾਹੁਲ ਗਾਂਧੀ ਤੋਂ ਬਿਨਾਂ ਇਹਨਾਂ ਨੂੰ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ। ਰਾਹੁਲ ਗਾਂਧੀ ਇਹਨਾਂ ਦੀ ਪਾਰਟੀ 'ਚ ਵੰਸ਼ਜ ਤੋਂ ਬਿਨਾਂ ਤੇ ਜਵਾਬ ਤੋਂ ਬਿਨਾਂ ਕੁਝ ਹੈ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਜਿਹੜਾ ਵੀ ਚੰਗਾ ਸਿਆਸਤਦਾਨ ਤੁਹਾਡਾ ਵਿਊ ਪੁਆਇੰਟ ਆ ਗਿਆ, ਜਿਨ੍ਹਾਂ ਨੇ ਲੋਕ ਹਿੱਤ 'ਚ ਕੰਮ ਕਰਨਾ ਹੈ ਉਹਨਾਂ ਵਾਸਤੇ ਇੱਕ ਹੀ ਪਲੇਟਫਾਰਮ ਹੈਗਾ। ਅਗਰ ਰਾਸ਼ਟਰਵਾਦ ਦਾ ਪਲੇਟਫਾਰਮ ਉਹ ਹੈਗੀ ਹੈ ਬੀਜੇਪੀ। ਜੀ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇੰਪੋਰਟੈਂਟ ਇਸ਼ੂ ਆ ਤੁਹਾਡਾ, ਆਪਾਂ ਜਵਾਬ ਲੈ ਲਈਏ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ। ਆਪਾਂ ਜਵਾਬ ਲੈ ਲਈਏ। ਧਾਰਨੀ ਸਾਹਿਬ ਤੁਹਾਡੇ ਤੋਂ ਰਾਸ਼ਟਰਵਾਦ ਦੀ ਗੱਲ ਕਰਦੇ ਆ। ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਵੱਡੇ ਰਾਸ਼ਟਰਵਾਦੀਆਂ ਬਹੁਤ ਕੁਰਬਾਨੀਆਂ ਕੀਤੀਆਂ। ਉਹ ਕਹਿੰਦੇ ਕਿ ਇੱਕੋ ਇੱਕ ਰਾਸ਼ਟਰਵਾਦੀ ਪਾਰਟੀ ਹੈ। ਜੇ ਰਾਸ਼ਟਰਵਾਦ ਦੀ ਧਾਰਨਾ ਦੀ ਗੱਲ ਹੈ ਤਾਂ ਭਾਜਪਾ ਕਰਦੀ ਹੈ। ਦੂਜੀਆਂ ਪਾਰਟੀਆਂ ਜਿਨ੍ਹਾਂ 'ਚ ਅਕਾਲੀ ਦਲ ਵੀ ਹੈ, ਗੋਡੇ ਆਪਣੇ ਨਹੀਂ ਚੱਲਦੇ ਤੇ ਫਿੱਟੇ ਮੂੰਹ ਦੂਜਿਆਂ ਨੂੰ ਆਪਾਂ ਆਖਦੇ ਹਾਂ। ਔਰ ਬਾਦਲ ਪਰਿਵਾਰ ਤੋਂ ਇਲਾਵਾ ਕਹਿੰਦੇ ਹੈ ਕਿ ਪਰਿਵਾਰ ਚਾਹੇ ਗਾਂਧੀ ਪਰਿਵਾਰ ਚਾਹੇ ਬਾਦਲ ਪਰਿਵਾਰ, ਉਹੀ ਬਾਦਲ ਪਰਿਵਾਰ ਹੈ ਜੀ, ਜਿਹੜੇ ਬਾਦਲ ਸਾਹਿਬ ਦੇ ਗੋਡੀ ਹੱਥੇ ਇਹ ਲਾਉਂਦੇ ਸੀ। ਇਹ ਸੋਈ ਸਾਹਿਬ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਹੈ ਨਾ ਉਹ ਲਾ ਰਹੇ ਸੀ। ਖੈਰ ਚਲੋ ਅਸੀਂ ਇਹਨਾਂ ਗੱਲਾਂ ਵੱਲ ਨੂੰ ਕਿੱਥੇ ਜਾਣਾ ਹੈ। ਉਹੀ ਇੱਜ਼ਤ ਪਰ ਮੈਂ ਇੱਜ਼ਤ ਬਚਾਉਣਾ ਸਿੱਖੋ। ਕੀ ਕਹਿੰਦੇ ਧਾਰਨੀ ਸਾਹਿਬ ਉਹ ਕਹਿ ਰਹੇ ਕਿ ਆਪਣੀ ਇੱਜ਼ਤ ਬਚਾਉਣੀ ਸਿੱਖੋ, ਕਰਾਉਣੀ ਸਿੱਖੋ, ਸ਼ਾਇਦ ਇਹ ਕਹਿਣਾ ਚਾਹੁੰਦੇ ਆ। ਇੱਜ਼ਤ ਤਾਂ ਤੁਹਾਡੀ ਲੋਕਾਂ ਨੇ ਦਿੱਲੀ ਵਾਲੇ ਜਿਹੜਾ ਹੈਗਾ ਉਹ ਆਪਣਾ ਬਾਰਡਰ ਨਾ ਉਹਦੇ ਤੇ ਬਹੁਤ ਕੀਤੀ ਸੀ ਪੰਜਾਬ ਦੇ ਲੋਕਾਂ ਨੇ। ਉਹ ਜਿਹੜਾ ਕੁਛ ਉਹ ਜਿਹੜਾ ਤੁਸੀਂ ਹਾਰ ਪਵਾ ਕੇ ਆਏ ਆ ਨਾ ਉਹ ਤੁਹਾਨੂੰ ਪਤਾ ਹੈਗਾ। ਖੈਰ ਮੈਂ ਉਸ ਪਾਸੇ ਨਹੀਂ ਜਾਂਦਾ। ਗੱਲ ਬਿਲਕੁਲ ਕਹੀ ਹੈਗੀ ਆ ਕਿ ਕਾਂਗਰਸ ਹੈ ਜਿਹੜੀ, ਕਾਂਗਰਸ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ। ਮੈਂ ਸਮਝਦਾ ਹੈਗਾ ਕਿ ਜਿੰਨਾ ਨੁਕਸਾਨ ਬੀਜੇਪੀ ਨੇ ਪੰਜਾਬ ਦਾ, ਕਿਸਾਨੀ ਦਾ, ਲੋਕਾਂ ਦਾ, ਦੇਸ਼ ਦਾ ਕੀਤਾ ਹੈਗਾ, ਉਹ ਮੇਰਾ ਖਿਆਲ ਹੈ ਕਿ ਉਹਨਾਂ ਨੇ ਬੇਵਕੂਫੀ ਚ ਔਰ ਖੁੱਲੇਆਮ ਕੀਤਾ। ਇਹਨਾਂ ਨੇ ਹਿਡਨ ਏਜੰਡੇ ਰਾਹੀਂ ਕੀਤਾ। ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਇੱਕ ਇੰਟਰਨੈਸ਼ਨਲ ਪਾਲਿਸੀ ਹੁੰਦੀ ਆ ਜਿਹੜੀ ਚਾਈਨਾ ਦੇ ਨਾਲ ਹੈ, ਉਸ ਦੇ ਉੱਤੇ ਦੇਸ਼ ਦੀ ਕੀ ਪਾਲਿਸੀ ਹੈਗੀ ਆ। ਪੰਜਾਬ ਨੂੰ ਮਾਰਨ ਵਾਸਤੇ ਕਿਸ ਹਿਸਾਬ ਦੇ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਬੰਦ ਕਰੇ ਹੋਏ ਆ, ਵਪਾਰ ਟੋਟਲ ਲੀਕ ਮਾਰੀ ਵੀ ਹੈਗੀ ਆ, ਜਿਹਦੇ ਨਾਲ ਪੰਜਾਬ ਦਾ ਵਪਾਰ ਹੈ ਜਿਹੜਾ ਟੋਟਲੀ ਬੁਰੀ ਤਰੀਕੇ ਦੇ ਨਾਲ ਫੇਲ ਹੋ ਰਿਹਾ। ਔਰ ਉਧਰ ਗੁਜਰਾਤ ਦੇ ਜਿਹੜਾ ਹੈਗਾ ਉੱਥੇ ਚਲਾਇਆ ਹੋਇਆ ਹੈਗਾ। ਔਰ ਤੀਜੀ ਗੱਲ, ਇਹਨਾਂ ਦਾ ਏਜੰਡਾ JNK ਦੇ ਮੁਤਾਬਕ ਲਈ ਕੀ ਸੀ
ਜੋ ਜੇਐਂਡਕੇ ਦਾ ਹਾਲ ਇਹਨਾਂ ਨੇ ਕੀਤਾ ਹੈਗਾ ਉਹ ਸਾਰਿਆਂ ਨੂੰ ਦਿਖਦਾ ਹੈਗਾ। ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਹਿਡਨ ਏਜੰਡਾ ਹੈਗਾ, ਜੋ ਬੀਬੀਐਮਬੀ ਦੇ ਮਾਮਲੇ ਦੇ ਵਿੱਚ ਹੋਇਆ, ਜੋ ਸਿਟਕੋ ਦੇ ਮਾਮਲੇ ਦੇ ਵਿੱਚ ਹੋਇਆ, ਜੋ ਪੰਜਾਬ ਯੂਨੀਵਰਸਿਟੀ ਦੀ ਇੱਕ ਉਹਦਾ ਗਲ ਘੁੱਟ ਕੇ ਇਹਨਾਂ ਕੋਲ ਕੀ ਜੀ ਤਾਨੀ ਸਾਹਿਬ ਆਪਣੀ ਗੱਲ ਮੁਕੰਮਲ ਕਰਿਓ ਪਲੀਜ਼। ਇਹਨਾਂ ਦਾ ਜਿਹੜਾ ਹਿਡਨ ਏਜੰਡਾ ਹੈਗਾ ਨਾ, ਉਸ ਹਿਡਨ ਏਜੰਡੇ ਦੇ ਮੁਤਾਬਕ ਇਹਨਾਂ ਨੇ ਜਿਹੜਾ ਕੰਮ ਫੜਿਆ ਵਾ ਹੈਗਾ, ਜੋ ਇਹਨਾਂ ਨੇ ਜੇਐਂਡਕੇ ਦੇ ਵਿੱਚ ਕੀਤਾ, ਜੋ ਇਹਨਾਂ ਨੇ ਪੰਜਾਬ ਦੇ ਵਿੱਚ ਬੀਬੀਐਮਬੀ ਦੇ ਮਾਮਲੇ ਦੇ ਉੱਤੇ ਕੀਤਾ, ਜੋ ਇਹਨਾਂ ਨੇ ਪੰਜਾਬ ਦੇ ਵਿੱਚ ਸਿਟਕੋ ਦੇ ਮਾਮਲੇ ਤੇ ਕੀਤਾ, ਔਰ ਨਾਲ ਦੀ ਨਾਲ ਹੁਣ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਬਾਹ ਮਰੋੜ ਕੇ ਉਸ ਤੋਂ ਅਸਤੀਫਾ ਲਿਆ, ਔਰ ਉਸ ਤੋਂ ਬਾਅਦ ਬਿਆਨ ਕੀ ਦੇ ਰਹੇ ਆ। ਦੇਖੀਏ ਪਹਿਲੀ ਵਾਰ ਜੋ ਪੰਜਾਬ ਯੂਨੀਵਰਸਿਟੀ ਆ ਉਹਦੀ ਇੱਕ ਲੇਡੀ ਵਾਈਸ ਚਾਂਸਲਰ ਲਾਈ ਗਈ ਆ। ਮੈਂ ਇਹਨਾਂ ਨੂੰ ਪੁੱਛਦਾ ਅੱਜ ਤੱਕ ਸਿੱਖ ਵਾਈਸ ਚਾਂਸਲਰ ਕਿਉਂ ਨਾ ਲੱਗਿਆ ਇਹਨਾਂ ਤੋਂ। ਸੋ ਇਹ ਜਿਹੜਾ ਹੈਗਾ ਘੱਟ ਗਿਣਤੀਆਂ ਦੇ ਖਿਲਾਫ ਇਹਨਾਂ ਦਾ ਬਹੁਤ ਹੀ ਹਿਡਨ ਏਜੰਡਾ ਹੈ, ਚਾਹੇ ਉਹ ਮੁਹੰਮਦਨ ਹੋਣ, ਚਾਹੇ ਸਿੱਖ ਹੋਣ, ਚਾਹੇ ਹੋਰ ਘੱਟ ਗਿਣਤੀਆਂ ਹੋਣ। ਬਹੁਤ ਹੀ ਤਰੀਕੇ ਨਾਲ ਜਿਹੜੇ ਸੋਈ ਸਾਹਿਬ ਵਰਗੇ ਬੈਠੇ ਹੈਗੇ ਆ ਆਪਣੀ ਕੌਮ ਦੇ ਨਾਲ ਜਿਹੜੇ ਉਹਦੇ ਨਾਲ ਆਪਣਾ ਪਿਆਰ ਦਿਖਾ ਰਹੇ ਹੈਗੇ ਆ, ਉਹ ਸਭ ਦੇ ਸਾਹਮਣੇ ਆ ਔਰ ਲੋਕਾਂ ਦੇ ਸਾਹਮਣੇ ਵੀ ਆ ਜਾਊਗਾ। ਹੋਰ ਟਾਈਮ ਲੱਗਿਆ ਤਾਂ ਹੋਰ ਟਾਈਮ ਦੇ ਵਿੱਚ ਹੋਰ ਸਭ ਕੁਝ। ਤਾਨੀ ਸਾਹਿਬ ਤੁਸੀਂ 20 ਸਾਲ ਤੁਹਾਡੀਆਂ ਮੰਨਦੇ ਰਹੇ ਹੋ ਸੈਂਟਰ 'ਚ, ਉਦੋਂ ਵਿੱਚ ਕਿਉਂ ਬੋਲੀ ਜਾਂਦੇ ਆ, ਲੱਗਿਆ ਕੋਈ ਵਿੱਚ ਕਿਉਂ ਬੋਲੀ ਜਾਂਦੇ ਆ? ਇੱਕ ਮਿੰਟ, ਸਾਡੇ ਦੋ ਸੈਂਟਰ ਮੰਤਰੀ ਵਜ਼ੀਰ ਰਹਿੰਦੇ ਰਹੇ ਨੇ ਇਸ ਹਿਸਾਬ ਨਾਲ ਪੱਗ ਮੰਨ ਕੇ ਜੋ ਤੁਸੀਂ ਕਰ ਰਹੇ ਆ ਨਾ ਪੰਜਾਬ ਦਾ ਹਾਲ, ਉਹ ਤੁਸੀਂ ਆਪਣੇ ਆਪੇ ਆਪਣੇ ਸ਼ੀਸ਼ੇ ਦੇ ਮੂਹਰੇ ਖੜ ਕੇ ਦੇਖਿਆ ਕਰੋ ਆਪਣੇ ਆਪ ਨੂੰ। ਚਲੋ ਤੁਹਾਡਾ ਤਾਨੀ ਸਾਹਿਬ ਵਿਊ ਪੁਆਇੰਟ ਆ ਗਿਆ। ਖਡਿਆਲ ਜੀ ਜਿਸ ਮੁੱਦੇ ਤੇ ਗੱਲ ਕਰ ਰਹੇ ਆ, ਕਾਂਗਰਸ ਨੂੰ ਟਿਕਾ ਕੇ ਨਿਸ਼ਾਨੇ ਤੇ ਲੈ ਰਹੀ ਹੈ ਭਾਜਪਾ। ਉਹ ਕਹਿ ਰਹੀ ਹੈ ਕਿ ਜੇ ਆਪਾਂ ਗੱਲ ਕਰ ਲਈਏ ਨੈਸ਼ਨਲਵਾਦ ਦੀ, ਰਾਸ਼ਟਰਵਾਦ ਦੀ, ਭਾਜਪਾ ਦਾ ਜਿਹੜਾ ਏਜੰਡਾ ਹੀ ਰਾਸ਼ਟਰਵਾਦ ਹੈ, ਇਸੇ ਕਰਕੇ ਭਾਜਪਾ ਵੱਲ ਆ ਰਿਹਾ ਹੈ। ਤੇ ਕਾਂਗਰਸ ਜਿਹੜੀ ਹੈਗੀ ਹੈ ਉਹ ਗਾਂਧੀ ਪਰਿਵਾਰ, ਨਹਿਰੂ ਪਰਿਵਾਰ, ਇਸ ਤੋਂ ਇਲਾਵਾ ਹੋਰ ਹੈ ਹੀ ਕੁਝ ਨਹੀਂ ਉਹਨਾਂ ਕੋਲੇ। ਭਾਜਪਾ ਦਾ ਰਾਸ਼ਟਰਵਾਦ ਸਭ ਨੂੰ ਪਤਾ ਕਿੰਨਾ ਹੈ। ਇਹ ਉਹ ਰਾਸ਼ਟਰਵਾਦ ਹੈ ਜਿਹੜਾ ਜਿਹਦੇ ਕਰਕੇ ਹਿੰਦੁਸਤਾਨ ਦੀ ਜਿਹੜੀ ਟੈਰੀਟਰੀ ਹੈ 2000 ਸਕੁਆਇਰ ਕਿਲੋਮੀਟਰਸ ਅਲੈਜਡਲੀ ਸਾਡੇ ਕੰਪਰੋਮਾਈਜ਼ ਹੋਏ LAC ਤੇ। ਉਹ ਤੋਂ ਬਾਅਦ ਜਦੋਂ ਇੰਟਰੂਜਨ ਹੋਈ, ਇਨਕਰਜਨ ਹੋਈ, ਚਾਈਨਾ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅੰਦਰ ਵੜੀ LAC ਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਕੋਈ ਇੰਟਰੂਜਨ ਨਹੀਂ ਹੋਈ ਆਲ ਪਾਰਟੀ ਮੀਟ ਦੇ ਵਿੱਚ। ਅੱਛਾ, ਉਹ ਤੋਂ ਬਾਅਦ ਗਲਵਾਨ, ਉਹ ਤੋਂ ਬਾਅਦ ਗੋਗਰਾ ਹੌਟ ਸਪ੍ਰਿੰਗਸ, ਉਹ ਤੋਂ ਬਾਅਦ ਡੈਪਸਾਂਗ, ਹੋਰ ਇਸ਼ੂਜ਼ ਹੋਏ, ਸਾਡੇ 20 ਜਵਾਨ ਸ਼ਹੀਦ ਹੋਏ। ਇਹ ਤੋਂ ਬਾਅਦ ਤਵਾਂਗ ਦੇ ਵਿੱਚ ਇਸ਼ੂ ਹੋ ਗਿਆ ਤੇ ਪਾਰਲੀਮੈਂਟ ਦੇ ਵਿੱਚ 4 ਦਿਨ ਜ਼ਿਕਰ ਹੀ ਕੋਈ ਨਹੀਂ। ਮੀਡੀਆ ਰਿਪੋਰਟ ਆਈ ਤਾਂ ਪਤਾ ਲੱਗਿਆ ਇੰਟਰੂਜਨ ਹੋ ਗਈ। ਇਹਨਾਂ ਦਾ ਰਾਸ਼ਟਰਵਾਦ ਤਾਂ ਇੱਥੋਂ ਪਤਾ ਲੱਗ ਜਾਂਦਾ ਕਿੰਨਾ ਕੁ ਹੈ। ਜਿੱਥੋਂ ਤੱਕ ED ਦੀ ਗੱਲ ਹੈ ਸਿੱਧੂ ਸਾਹਿਬ, ਇਹ ਕੋਈ ਇਤਫਾਕ ਦੀ ਗੱਲ ਨਹੀਂ ਹੈ, ਕੋਈ ਕੋਇਨਸੀਡੈਂਸ ਨਹੀਂ ਹੈ ਕਿ BJP ਦੇ ਇੱਕ ਵੀ ਲੀਡਰ ਖਿਲਾਫ ਇੱਕ ਵੀ ED ਦਾ ਕੇਸ ਪੈਂਡਿੰਗ ਨਹੀਂ ਹੈ। ਹੁਣ ਦੇਖੋ BJP ਦੇ ਇੱਕ ਪਾਸੇ ਤਾਂ 55% ਸਿਟਿੰਗ MPs ਦੇ ਖਿਲਾਫ 55% allegedly criminal cases pending ਨੇ ਇੰਡੀਆ ਸਪੈਂਡ ਦੀ ਰਿਪੋਰਟ ਦੇ ਹਿਸਾਬ ਨਾਲ, ਤੇ ਦੂਜੇ ਪਾਸੇ ਕਰਪਸ਼ਨ ਦਾ ਇੱਕ ਵੀ ਕੇਸ ਨਹੀਂ, ED ਦਾ ਇੱਕ ਵੀ ਕੇਸ ਨਹੀਂ। ਇਹ ਕਿਵੇਂ ਪੋਸੀਬਲ ਹੋ ਸਕਦਾ ਹੈ? ਦੂਜਾ ਤੁਸੀਂ ਇਹ ਦੇਖੋ ਵੀ ED ਦਾ ਕਨਵਿਕਸ਼ਨ ਰੇਟ ਕੀ ਹੈ ਸਿੱਧੂ ਸਾਹਿਬ? 0.5%, 0.5% ਹੈ ਕਨਵਿਕਸ਼ਨ ਰੇਟ। ਯਾਨੀ ਕਿ ਜਦੋਂ ਪਰਚਾ ਕਰ ਦਿੰਦੇ ਆ, ਕੇਸ ਕਰ ਦਿੰਦੇ ਆ, ਉਦੋਂ ਬਾਅਦ ਸਿਰੇ ਨਹੀਂ ਚੜਦਾ, ਉਦੋਂ ਬਾਅਦ ਸਜ਼ਾ ਨਹੀਂ ਹੁੰਦੀ, ਕਨਵਿਕਸ਼ਨ ਨਹੀਂ ਹੁੰਦੀ। ਤੀਜਾ, ਸਿੱਧੂ ਸਾਹਿਬ ਕਾਂਗਰਸ ਪਾਰਟੀ ਤੇ ਇਲਜ਼ਾਮ ਲਾ ਕੇ, ਕਾਂਗਰਸ ਪਾਰਟੀ ਦੇ ਲੀਡਰਾਂ ਤੇ ਇਲਜ਼ਾਮ ਲਾ ਕੇ ਇਹਨਾਂ ਨੇ 84 ਦੀ ਗੱਲ ਕੀਤੀ, ਇਹਨਾਂ ਨੇ ਹੋਰ ਗੱਲਾਂ ਕੀਤੀਆਂ, ਉਦੋਂ ਬਾਅਦ ਉਹੀ ਕਾਂਗਰਸ ਦੇ ਲੀਡਰਾਂ ਨੂੰ ਆਪਦੀ ਪਾਰਟੀ ਸ਼ਾਮਿਲ ਕਰ ਲੈਂਦੇ ਆ। ਇਥੋਂ BJP ਆਪਦੇ ਆਪ ਨੂੰ ਐਕਸਪੋਜ਼ ਕਰਦੀ ਹੈ, ਦੋਹਰੇ ਮਾਪਦੰਡ ਦਿਖਾਉਂਦੀ ਹੈ, ਡਬਲ ਸਟੈਂਡਰਡਸ ਦਿਖਾਉਂਦੀ ਹੈ। ਅਸੀਂ ਤਾਂ ਕੱਲ ਵੀ ਪੰਜਾਬ ਨਾਲ ਖੜੇ ਸੀਗੇ ਤੇ ਅੱਗੇ ਵੀ ਪੰਜਾਬ ਨਾਲ ਖੜੇ ਰਵਾਂਗੇ। ਉਹ ਭਾਰਤੀ ਜਨਤਾ ਪਾਰਟੀ ਹੈ ਜਿਹਨੂੰ ਮੈਂ ਕੱਲ ਲਾਸਟ ਕਹੂੰਗਾ ਸਿੱਧੂ ਸਾਹਿਬ, ਤੁਸੀਂ ਦੇਖੋ ਵੀ ਇਹਨਾਂ ਨੂੰ ਨਾ ਘਬਰਾਹਟ ਹੋਣ ਲੱਗ ਗਈ, ਬੌਖਲਾਹਟ ਸ਼ੁਰੂ ਹੋ ਗਈ ਭਾਰਤ ਜੋੜੋ ਯਾਤਰਾ ਦੀ ਸਕਸੈਸ ਦੇਖ ਕੇ। ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦਊਂਗਾ। ਕੱਲ ਇਹਨਾਂ ਨੇ ਨੈਸ਼ਨਲ ਐਗਜ਼ੀਕਿਊਟਿਵ ਮੀਟਿੰਗ ਕੀਤੀ ਤੇ ਮੋਦੀ ਸਾਹਿਬ ਕਹਿੰਦੇ ਆਪਦੀ ਰੀਚ ਵਧਾਓ, ਵੋਟਰਾਂ ਨੂੰ ਜਾ ਕੇ ਮਿਲੋ ਵੋਟਰਾਂ ਨੂੰ। ਕਦੇ ਮੋਦੀ ਸਾਹਿਬ ਐ ਨਹੀਂ ਕਹਿਣਗੇ ਵੀ ਕੰਮ ਕਰੋ, ਵਿਕਾਸ ਕਰੋ, ਡਿਵੈਲਪਮੈਂਟ ਕਰੋ, ਵੈਲਫੇਅਰ ਕਰੋ, ਮੈਡੀਕਲ ਇੰਸਟੀਟਿਊਸ਼ਨ ਖੋਲੋ, ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲੋ। ਸਿਰਫ ਕਹਿਣਗੇ ਤਾਂ ਵੋਟਰਾਂ ਕੋਲੇ ਜਾ ਕੇ ਗੱਲ ਕਰੋ, ਕਿਉਂਕਿ ਇਹ ਲੋਕਾਂ ਨੂੰ ਸਿਰਫ ਔਰ ਸਿਰਫ ਵੋਟਾਂ ਦੇ ਜੀ ਤੁਹਾਡਾ ਵਿਊ ਬਣ ਆ ਗਿਆ ਜੀ। ਬਸ 2 ਸੈਕਿੰਡ। ਸੋ ਸਿੱਧੂ ਸਾਹਿਬ ਨੈਸ਼ਨਲ ਐਗਜ਼ੀਕਿਊਟਿਵ ਮੀਟ ਕਰ ਲਈ,
ਆਪਦੇ ਪ੍ਰਧਾਨ ਦਾ ਟੈਨਿਓਰ ਵਧਾ ਲਿਆ, 2024 ਤੱਕ ਕਰ ਲਿਆ। ਆ ਸਾਡੇ ਲੀਡਰਾਂ ਨੂੰ ਲੈ ਕੇ ਜਾ ਰਹੇ ਹੈ, ਉਹ ਵੀ ਜਿਹੜੇ ਹਾਰੇ ਹੋਏ ਆ ਸਾਰੇ ਦੇ ਸਾਰੇ। ਇੱਥੋਂ ਇੱਕ ਗੱਲ ਪ੍ਰੂਵ ਹੋ ਗਈ ਕਿ ਬੀਜੇਪੀ ਆ ਗਈ ਹੈ, ਬੁਖਲਾ ਗਈ ਹੈ ਕਾਂਗਰਸ ਪਾਰਟੀ ਤੋਂ। ਇਹਨਾਂ ਨੂੰ ਵੀ ਪਤਾ ਵੀ 2024 ਦੇ ਵਿੱਚ ਸਾਰਾ ਜਿਹੜਾ ਟੇਬਲ ਹੈ ਬੀਜੇਪੀ ਦੇ ਲੀਡਰਾਂ ਦਾ ਸਾਫ਼ ਆ ਗਈ ਖਡਿਆਲ ਜੀ, ਤੁਹਾਡੀ ਗੱਲ ਆ ਗਈ। ਬ੍ਰਗੀ ਜੀ, ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ। ਮੈਂ ਬਾਕੀ ਮਹਿਮਾਨਾਂ ਤੋਂ ਵੱਖਰਾ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ। ਦੇਖੋ, ਭਾਜਪਾ ਦੇ ਅੰਦਰ ਜਿਸ ਤਰੀਕੇ ਨਾਲ ਖਡਿਆਲ ਜੀ ਗੱਲ ਕੀਤੀ ਹੈ, ਪਹਿਲਾਂ ਧਾਰਨੀ ਸਾਹਿਬ ਗੱਲ ਕਰ ਰਹੇ ਹੈ, ਜੋ ਇਸ ਵੇਲੇ ਪਰਿਵਰਤਨ ਦੀ ਲਹਿਰ, ਜਿੱਦਾਂ ਭਾਜਪਾ ਵਾਲੇ ਖੁਦ ਹੀ ਕਹਿ ਰਹੇ ਕਿ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਪੰਜਾਬ ਦੇ ਅੰਦਰ। ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਆਪਾਂ ਚੰਡੀਗੜ੍ਹ 'ਚ ਬੈਠੇ ਹਾਂ, ਗੁਆਂਢ 'ਚ ਮਾਲੀ ਹੈ, ਬਲਵੀਰ ਸਿੱਧੂ ਦੀ ਗੱਲ ਕਰ ਲਈਏ, ਹੁਣ ਜਿਹੜਾ ਹੈਗਾ ਇਸੇ ਤਰੀਕੇ ਨਾਲ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ, ਵੇਰਕਾ ਦੀ ਗੱਲ ਕਰ ਲਈਏ, ਬਾਜਵਾ ਦੀ ਗੱਲ ਕਰ ਲਈਏ, ਹੋਰ ਕਿੰਨਿਆਂ ਦੀ ਗੱਲ ਕਰ ਲਈਏ, ਕੋਈ ਸਿੱਧੂ, ਬਾਜਵਾ, ਬਾਦਲ, ਪਤਾ ਨਹੀਂ ਆਪਾਂ ਭੁੱਲ ਰਹੇ ਹਾਂ, ਹੋਰ ਪਤਾ ਨਹੀਂ ਕਿੰਨੇ ਕੁ ਨਾਂ ਜਿਹੜੇ ਹੋ ਗਏ ਹੈ। ਮੈਂ ਜਿਹੜਾ ਸਵਾਲ ਲੈਣ ਲੱਗਿਆ, ਕਿਤੇ ਲੱਗਦਾ ਨਹੀਂ ਕਿ ਭਾਜਪਾ ਵਾਲਿਆਂ ਨੂੰ ਲੱਗਦਾ ਹੋਏਗਾ ਕਿ ਇੰਨਾ ਕੁ ਟੱਬਰ ਬਾਹਰੋਂ ਆ ਕੇ ਇਕੱਠਾ ਹੋ ਗਿਆ ਕਿ ਜਿਹੜੇ ਭਾਜਪਾ ਦਾ ਓਰੀਜਨਲ ਟੱਬਰ ਸੀ ਕਿਤੇ ਬੇਚੈਨੀ, ਉਹ ਤਾਂ ਕਿਤੇ ਲੱਭਦੇ ਨਹੀਂ। ਹੁਣ ਤਾਂ ਆਪਾਂ ਨੂੰ ਲੱਭਦੇ ਆ ਜਾਖੜ, ਅਮਰਿੰਦਰ, ਬਾਜਵਾ, ਮਨਪ੍ਰੀਤ ਬਾਦਲ। ਇਹ ਕਹਿ ਰਿਹਾ ਪੰਜਾਬ ਦੀ ਖਾਤਰ, ਲੱਗਦਾ ਨਹੀਂ ਕਿ ਭਾਜਪਾ ਦੇ ਅੰਦਰ ਵੀ ਤਾਂ ਕੋਈ ਬੇਚੈਨੀ ਆ ਸਕਦੀ ਹੈ ਇਸ ਮੁੱਦੇ ਤੇ। ਸਿੱਧੂ ਸਾਹਿਬ 1 ਸੈਕਿੰਡ ਜੀ। ਆ ਪਟਿਆਲੇ ਦੇ ਵਿੱਚ ਕੱਲ ਇਹਨਾਂ ਨੇ ਆਪਣੇ ਜਿਹੜੇ ਹੈਗੇ ਬੀਜੇਪੀ ਨੇ ਕੁਝ ਨੁਮਾਇੰਦੇ ਉਹ ਕਰੇ ਸੀ, ਅਪਾਇੰਟ ਕੀਤੇ ਸੀ। ਉੱਥੇ ਦੇ ਜਿਹੜੇ ਲੋਕ ਸੀ, ਲੋਕਲ ਲੋਕ ਸੀ, ਉਹਨਾਂ ਸਾਰਿਆਂ ਨੇ ਜਿਹੜਾ ਹੈਗਾ ਉਹਦਾ ਵਿਦਰੋਹ ਕੀਤਾ। ਔਰ ਤੁਸੀਂ ਸਾਰੇ ਚੈਨਲਾਂ ਤੇ ਆ ਅਖਬਾਰਾਂ ਤੇ ਦੇਖਿਆ ਹੋਣਾ। ਜੀ, ਤੁਹਾਡਾ ਵੀ ਬਣਾ ਕੇ ਆਪਾਂ ਜਵਾਬ ਲੈ ਲਈਏ। ਬਰਾਗੀ ਸਾਹਿਬ ਵੱਡਾ ਸਵਾਲ ਹੈ, ਕਿਉਂਕਿ ਭਾਜਪਾ ਦੀ ਆਪਣੀ ਅੰਦਰੂਨੀ ਸਥਿਤੀ ਤੇ ਸਵਾਲ ਲੈ ਰਿਹਾ ਮੈਂ। ਸਿਰ ਸਾਹਿਬ, ਜੇ ਆਪਾਂ ਇੰਡੀਅਨ ਪੋਲਿਟਿਕਸ ਦੀ, ਜੇ ਪੰਜਾਬ ਪੋਲਿਟਿਕਸ ਦੀ ਗੱਲ ਕਰੀਏ, ਤਾਂ ਮਹਿਜ ਭਾਜਪਾ ਇੱਕ ਅਜਿਹੀ ਪਾਰਟੀ ਲੱਗਦੀ ਹੈ ਜਿਨ੍ਹਾਂ ਦਾ ਵਿਜ਼ਨ ਅੱਜ ਤੋਂ ਨਹੀਂ, ਕਾਫੀ ਡਿਕੇਡਸ ਤੋਂ ਬੜਾ ਕਲੀਅਰ ਆਉਂਦਾ ਆ ਰਿਹਾ। ਘੱਟੋ ਘੱਟ 2 ਡਿਕੇਡਸ ਤੋਂ ਮੈਂ ਗੱਲ ਕਰੂੰਗਾ। ਇੰਨੀ ਮੈਂ ਕਹੂੰਗਾ ਉਹਨਾਂ ਦਾ ਵਿਜ਼ਨ ਕਲੀਅਰ ਸੀ ਵੀ ਕਾਂਗਰਸ ਦੀ ਗਵਰਨਮੈਂਟ ਹੁੰਦੇ ਹੋਏ ਵੀ ਕਾਂਗਰਸ ਹੀ ਆਪ ਐਡਮਿਟ ਕਰਦੇ ਆ ਵੀ ਉਹ ਬੀਜੇਪੀ ਚਲਾ ਰਹੀ ਸੀਗੀ, ਦਿੱਲੀੋਂ ਚਲਾ ਰਹੀ ਸੀ, ਚਾਹੇ ਕਿਤੋਂ ਵੀ ਚਲਾ ਰਹੀ ਸੀ। ਜਿੱਥੋਂ ਤੱਕ ਅੱਜ ਪ੍ਰੋਮੀਨੈਂਟ ਫੇਸਿਸ ਦੀ ਗੱਲ ਹੈਗੀ ਆ ਪੰਜਾਬ ਦੇ ਵਿੱਚ, ਹਾਂ, ਭਾਜਪਾ ਇਹ ਗੱਲ ਆਪ ਐਡਮਿਟ ਕਰਦੀ ਆ ਵੀ ਅਸੀਂ ਤਾਂ ਹਮੇਸ਼ਾ ਹੀ ਛੋਟੇ ਭਾਈ ਬਣ ਕੇ ਅਕਾਲੀ ਦਲ ਦੇ ਪੰਜਾਬ ਦੇ ਵਿੱਚ ਵਿਚਰੇ ਹੋਏ ਆ, ਤੇ ਪੰਜਾਬ ਦੇ ਵਿੱਚ ਅਸੀਂ ਇਸ ਵਾਰ ਆਪਦੇ ਬਲਬੂਤੇ ਤੇ ਇੱਕ ਨਵੀਂ ਇਨਿੰਗ ਜਾਂ ਨਵੀਂ ਪੋਲੀਟੀਕਲ ਸਟਾਰਟ ਕਰਨ ਲੱਗੇ ਹਾਂ, ਜਿੱਥੇ ਅਸੀਂ ਪੂਰੀਆਂ ਵਿਧਾਨ ਸਭਾ ਜਾਂ ਪੂਰੀਆਂ ਲੋਕ ਸਭਾ ਕੰਟੈਸਟ ਕਰਾਂਗੇ। ਹਾਲਾਂਕਿ ਚਲੋ ਧਰਨੀ ਸਾਹਿਬ ਨੂੰ ਡਿਊਟੀ ਅਸਾਈਨ ਹੋਈ ਆ, ਸੋਈ ਸਾਹਿਬ ਖੜਿਆਲ ਮੇਰਾ ਭਰਾ ਬੋਲ ਰਹੇ ਨੇ, ਜਿਵੇਂ ਇਹਨਾਂ ਦਾ ਹੈਗਾ ਵਾ 5-10 ਦਿਨ ਪਹਿਲਾਂ ਅਕਾਲੀ ਦਲ ਮਿੰਨਤਾਂ ਕਰ ਰਿਹਾ ਸੀ ਕਾਈਂਡ ਆਫ ਬੀਜੇਪੀ ਦੀਆਂ ਵੀ ਅਸੀਂ ਤੁਹਾਡੇ ਨਾਲ ਅਲਾਈਅੰਸ ਹੋਣ ਨੂੰ ਤਿਆਰ ਹਾਂ। ਉੱਥੋਂ ਇਨਕਾਰ ਹੋ ਗਿਆ ਤਾਂ ਫਿਰ ਚਲੋ ਉਹਨਾਂ ਨੇ ਆਪਦਾ ਕਰਤਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਜਿਸ ਵੇਲੇ ਮਨਪ੍ਰੀਤ ਕਾਂਗਰਸ 'ਚ ਆਇਆ ਸੀਗਾ ਆਪਦੀ 6% ਵੋਟ ਲੈ ਕੇ, ਉਦੋਂ ਵੀ ਉਹ ਇੱਕ ਹਾਰਿਆ ਹੋਇਆ ਲੀਡਰ ਸੀਗਾ। ਕਾਫੀ ਲੀਡਰ ਇਹੋ ਜਿਹੇ ਸੀ ਜਦੋਂ ਉਦੋਂ ਕਾਂਗਰਸ ਵਿੱਚ ਆਏ ਸੀਗੇ। ਜੇ ਈਵਨ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਗੱਲ ਕਰ ਲਾਂ, ਜਦੋਂ ਉਹ ਕਾਂਗਰਸ 'ਚ ਆਇਆ ਸੀ ਤਾਂ ਕਾਂਗਰਸ ਦੀ 2 ਵਾਰੀ ਗਵਰਨਮੈਂਟ ਫਾਰਮ ਹੋਈ ਤਾਂ ਉਹ ਵੀ ਉਦੋਂ ਹਾਰੇ ਹੋਏ ਸੀਗੇ। ਹਾਰ ਜਿੱਤ ਸੌਰੀ ਤੁਹਾਨੂੰ ਟੋਕਣ ਲੱਗਿਆ ਮੈਂ, ਬੀਇੰਗ ਜਨਰਲ ਥੋੜਾ ਹੋਰ ਇਹਦੇ 'ਚ ਵਾਧਾ ਕਰਦੇ ਜਾਂ ਕਰੈਕਟ ਕਰਦੇ ਹਾਂ। ਕੈਪਟਨ ਅਮਰਿੰਦਰ ਜਦੋਂ ਆਏ ਆ ਤਾਂ ਉਦੋਂ ਆਏ ਜਦੋਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੀ। ਉਹਨਾਂ ਨੇ ਸਿੰਗਲ ਟਿਕਟ ਵੀ ਦੇਣ ਤੋਂ ਜਵਾਬ ਦਿੱਤਾ ਸੀ। ਮੈਂ ਉਹੀ ਕਹਿ ਰਿਹਾ ਵੀ ਉਦੋਂ ਕਾਂਗਰਸ ਆ ਕੇ ਰਿਵਾਈਵ ਹੋਈ ਪੰਜਾਬ ਦੇ ਵਿੱਚ, 2 ਟਨਿਓਰ ਉਹਨਾਂ ਦੇ ਥੱਲੇ ਗਵਰਨਮੈਂਟ ਬਣੀ। ਦੇਖੋ ਪੋਲਿਟਿਕਸ ਵਿੱਚ ਫੇਸਿਸ, ਪ੍ਰੋਮੀਨੈਂਟ ਫੇਸਿਸ ਦੀ ਵੈਲਿਊ ਹਮੇਸ਼ਾ ਹੀ ਰਹਿੰਦੀ ਆ। ਹਾਂ, ਜਿੱਥੋਂ ਤੱਕ ਵਿਜ਼ਨ ਦੀ ਗੱਲ ਆ ਜਾਂ ਆਈਡੀਓਲੋਜੀ ਦੀ ਗੱਲ ਆ, ਮੈਂ ਇਸ ਚੀਜ਼ ਤੇ ਨਹੀਂ ਕੁਛ ਕਟਾਸ਼ ਕਰਦਾ ਵੀ ਬੀਜੇਪੀ ਦੀ ਆਈਡੀਓਲੋਜੀ ਪਿਓਰ ਆ ਜਾਂ ਨਹੀਂ ਪਿਓਰ, ਜਾਂ ਉਹ ਹਿੰਦੂਵਾਦੀ ਆ ਜਾਂ ਉਹ ਮੁਸਲਮਾਨਵਾਦੀ ਆ। ਮੈਂ ਇਹਨਾਂ ਚੀਜ਼ਾਂ 'ਚ ਨਹੀਂ ਆ। ਜਿਹੜਾ ਵੀ ਮੇਰੀ ਵਾਦੀ ਉਹਨਾਂ ਦੀ ਆਈਡੀਓਲੋਜੀ ਹੈ ਉਹ ਬੜੀ ਸਪਸ਼ਟ ਤੇ ਕਲੀਅਰ ਆ। ਮੈਂ ਹੈਰਾਨ ਆ, ਅਕਾਲੀ ਦਲ ਨੂੰ ਤਾਂ ਹਜੇ ਸਮਝ ਆ ਰਿਹਾ, ਹੁਣ ਸਮਝ ਆ ਰਿਹਾ ਵਾ ਵੀ ਬੀਜੇਪੀ ਕੀ ਚੀਜ਼ ਸੀਗੀ, ਕਿਸ ਤਰ੍ਹਾਂ ਨਾਲ ਉਹਨਾਂ ਨੂੰ ਠਿੱਬੀ ਲਾ ਗਈ, ਤੇ ਅੱਜ ਅਕਾਲੀ ਦਲ ਲੱਭਿਆ ਨਹੀਂ ਥੇ ਆਉਂਦਾ। ਮੈਂ ਹੈਰਾਨ ਆ, ਸਿੱਖ ਇੰਟੈਲੈਕਟ ਜਿਹੜਾ ਅਕਾਲੀ ਦਲ 'ਚ ਬੈਠਾ ਸੀ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਿਆ। ਤੋ ਸਿੱਧੂ ਸਾਹਿਬ, ਇਹਦੇ ਵਿੱਚ ਕੋਈ ਖਾਸ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਪੋਲੀਟਿਕਸ ਵਿੱਚ ਇਹ ਸਾਰਾ ਕੁਝ ਜਾਇਜ਼ ਆ। ਜੇ ਅੱਜ ਮਨਪ੍ਰੀਤ ਨੇ ਪੱਲਾ ਫੜਿਆ ਤੇ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਦਿਸ ਰਿਹਾ ਵੀ ਬੀਜੇਪੀ ਪੰਜਾਬ ਦੇ ਵਿੱਚ ਇੱਕ ਤਕੜੀ ਪਾਰਟੀ ਬਣ ਕੇ ਉੱਭਰਨ ਦੀਆਂ ਇੱਕ ਲੱਗ ਰਿਹਾ ਵੀ ਇਹ ਉੱਭਰੂਗੀ ਇੱਕ ਤੱਕ ਜੀ। ਧਾਨੀ ਸਾਹਿਬ, ਮੈਂ ਤੁਹਾਡੇ ਤੋਂ ਹੀ ਸਵਾਲ ਲੈਣ ਲੱਗਿਆ। ਪਹਿਲਾਂ ਜੋ ਬਰਾਗੀ ਜੀ ਨੇ ਗੱਲ ਕੀਤੀ ਹੈ, ਉਹ ਕਹਿ ਰਿਹਾ ਕਿ ਅਕਾਲੀ ਦਲ ਜੀ ਤੁਸੀਂ ਜਵਾਬ ਤੇ ਦੇ ਲੈਂਦੇ ਹੋ ਜੀ। ਸੋਈ ਸਾਹਿਬ, ਡਾਕਟਰ ਸੋਈ, ਪਹਿਲਾਂ ਜਵਾਬ ਤੁਸੀਂ ਦਿਓ, ਫਿਰ ਜਵਾਬ ਲੈ ਲੈਣੇ, ਕੋਈ ਗੱਲ ਨਹੀਂ। ਮੋਸਟ ਵੈਲਕਮ। ਖੜਿਆਲ ਸਾਹਿਬ ਦੀ ਗੱਲਾਂ ਤੇ ਨਾ ਕਹਿੰਦੇ ਜੀ
ਸਿਆਣੀ ਬਿੱਲੀ ਖੰਭਾ ਨੋਚੇ। ਇਹਨਾਂ ਨੇ ਕਿਹਾ ਕਿ ਜੀ ਈਡੀ ਹੈ ਜੀ, ਉਹ ਬੀਜੇਪੀ ਵਾਲਿਆਂ ਦੇ ਅਟੈਕ ਨਹੀਂ ਕਰਦੀ ਜੀ, ਬੀਜੇਪੀ ਵਾਲਿਆਂ ਨੂੰ ਫੜਦੀ। ਇਹਨਾਂ ਜਿਹੜਾ ਜਿਹੜੇ ਐਮਪੀ ਕਰ ਰਹੇ ਨੇ ਤੁਹਾਨੂੰ ਪਤਾ ਹੋਣਾ ਕਿ ਉਹ ਬੇਲ ਤੇ ਬਾਹਰ ਨੇ, ਉਹਨਾਂ ਦੀ ਮਾਤਾ ਵੀ ਬੇਲ ਤੇ ਬਾਹਰ ਹੈ। ਦੂਜੇ ਪਾਸੇ ਜਦੋਂ ਸਾਡੀ ਸਰਕਾਰ, ਇਹਨਾਂ ਦੀ ਸਰਕਾਰ ਰਹੀ ਹੈ 10 ਸਾਲ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਹੇ ਨੇ 10 ਸਾਲ, ਉਦੋਂ ਵੀ ਇਹਨਾਂ ਕੋਲ ਸਾਰੀਆਂ ਪਾਵਰਾਂ ਸੀਗੀਆਂ। ਜੇ ਇਹਨਾਂ ਨੂੰ ਕਿਸੇ ਵਰਕਰ ਨੇ ਮਾੜਾ ਕੰਮ ਕੀਤਾ ਹੁੰਦਾ ਤਾਂ ਉਹਨੂੰ ਫੜ ਸਕਦੇ ਸੀਗੇ, ਕਿਉਂ ਨਹੀਂ? ਉਦੋਂ ਦਾ ਮਤਲਬ ਹੈ ਬੀਜੇਪੀ ਸਿਰਫ ਇਕਲੌਤੀ ਪਾਰਟੀ ਹਿੰਦੁਸਤਾਨ 'ਚ ਜਿਹੜੀ ਪਾਕ ਸਾਫ ਹੈ, ਜਿਹਦੇ ਉੱਪਰ ਕੋਈ ਐਲੀਗੇਸ਼ਨ ਕਰਪਸ਼ਨ ਦਾ ਨਾਂ ਲੱਗਿਆ ਨਾ ਕਦੀ ਲੱਗ ਸਕਦਾ ਹੈ। ਦੂਜੇ ਪਾਸੇ ਤੁਹਾਡੀ ਤੇ ਰਗ ਜਿਹੜੀ ਹੈ ਕਰਪਸ਼ਨ 'ਚ, ਲੋਕੀ ਤੇ ਕਾਂਗਰਸ ਦਾ ਨਾਂ ਹੀ ਕਹਿੰਦੇ ਸੀ ਫॉर ਕਾਂਗਰਸ, ਸੀ ਫॉर ਕਰਪਸ਼ਨ ਦੀ ਗੱਲ ਕਰਦੇ। ਇਸ ਕਰਕੇ ਤੁਸੀਂ ਤੇ ਗੱਲਾਂ ਨਾ। ਦੂਜੇ ਪਾਸੇ ਜਿਹੜੇ ਬੰਦੇ ਅੱਜ ਸਾਡੀ ਪਾਰਟੀ 'ਚ ਆਏ ਨੇ, ਤੁਸੀਂ ਕਹਿੰਦੇ ਹੋ ਜੀ ਉਹ ਰਿਜੈਕਟਡ ਮਾਲ ਹੈ ਜੀ, ਉਹ ਰਿਜੈਕਟਡ ਆ ਜੀ, ਉਹਨਾਂ ਬੰਦਿਆਂ ਨਾਲ ਤੁਸੀਂ 5 ਸਾਲ ਸਰਕਾਰ ਚਲਾਈ ਹੈ। ਇਹਦਾ ਮਤਲਬ ਹੈ ਕਿ ਜੇ ਉਹ ਰਿਜੈਕਟਡ ਮਾਲ ਸੀਗਾ, ਇਹਦਾ ਮਤਲਬ ਤੁਸੀਂ ਉਹਨਾਂ ਨਾਲ ਸਰਕਾਰ ਚਲਾਉਂਦੇ ਰਹੇ ਹੋ 5 ਸਾਲ। ਤੁਸੀਂ 5 ਸਾਲ ਉਹਨਾਂ ਨਾਲ ਕੰਪਰੋਮਾਈਜ਼ ਕੀਤਾ। ਦੇਖੋ ਹੁਣ ਤੁਹਾਡੀ ਗੱਲ ਆ ਗਈ। ਨਹੀਂ ਇੱਕ ਗੱਲ ਰਹੇਗੀ ਜੀ, ਧਾਰਮਿਕ ਜਵਾਬ ਦੇ ਦੇਣਾ। ਇਹਨਾਂ ਦੀਆਂ ਜਿਹੜੀਆਂ ਜਦੋਂ ਧਾਰਮਿਕ ਸਾਹਿਬ ਦੀ ਸਾਡੀ ਪਾਰਟੀ ਨਾਲ ਅਲਾਇੰਸ ਸੀਗੀ, ਉਦੋਂ ਇਹਨਾਂ ਦੇ ਚਾਹੇ ਉਹ ਆਪਣੇ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਬੀਬਾ ਸਿੰਘ ਹੋਣ, ਉਦੋਂ ਤੇ ਵਜ਼ੀਰੀਆਂ ਮੰਨਦੇ ਰਹੇ। ਅੱਜ ਜਦੋਂ ਅਸੀਂ ਇਹਨਾਂ ਨੂੰ ਮਨਾ ਕਰਤਾ, ਬੀਜੇਪੀ ਨੇ ਖੰਨੀ ਇਲੈਕਸ਼ਨ, ਤੇ ਉਦੋਂ ਇਹਨਾਂ ਦੇ ਢਿੱਡ 'ਚ ਪੀੜ ਹੋ ਗਈ, ਉਦੋਂ ਇਹਨਾਂ ਨੂੰ ਬੀਜੇਪੀ 'ਚ ਨੁਕਸ ਲੱਭਣੇ ਸ਼ੁਰੂ ਹੋ ਗਏ। 25 ਸਾਲ ਸਾਡੇ ਸਿਰ ਤੇ ਤੁਸੀਂ ਸਰਕਾਰਾਂ ਪੰਜਾਬ ਦੀਆਂ ਚਲਾਈਆਂ ਨੇ। ਜੇ ਬੀਜੇਪੀ ਤੁਹਾਡਾ ਸਾਥ ਨਾ ਦਿੰਦੀ ਨਾ, ਤੇ ਉਹ 3 ਸੀਟਾਂ ਜਿਹੜੀਆਂ ਆਈਆਂ ਨੇ ਨਾ, ਉਹ ਵੀ ਨਹੀਂ ਸੀ ਆਣੀਆਂ। ਚਲੋ ਡਾਕਟਰ ਸਾਹਿਬ, ਹੁਣ ਤੁਹਾਡੀ ਗੱਲ ਮੁਕੰਮਲ ਹੋ ਗਈ। ਥੋੜੀ ਥੈਂਕਲੈਸ ਨਾ ਹੋਇਆ ਕਰੋ, ਥੈਂਕਫੁਲ ਹੋਇਆ ਕਰੋ ਬੀਜੇਪੀ ਦਾ। ਤੁਹਾਡੀ ਗੱਲ ਆ ਗਈ। ਤਾਨੀ ਸਾਹਿਬ, ਮੈਂ ਆਉਣਾ ਹੈ ਪਹਿਲਾਂ ਖਡਿਆਲ ਜੀ ਤੋਂ ਆਪਾਂ ਜਵਾਬ ਲੈ ਲਈਏ। ਖਡਿਆਲ ਜੀ, ਕੀ ਕਹੋਗੇ ਇਸ ਮੁੱਦੇ ਤੇ ਜੋ ਡਾਕਟਰ ਸੋਈ ਨੇ ਕਿਹਾ? ਸਿੱਧੂ ਸਾਹਿਬ, ਪਹਿਲਾਂ ਤਾਂ ਸੋਈ ਸਾਹਿਬ ਨੇ ਇੱਕ ਪਰਸਨਲ ਕਮੈਂਟ ਕੀਤਾ, ਮੈਂ ਜਵਾਬ ਬੜਾ ਵਧੀਆ ਦੇ ਸਕਦਾ ਹੈ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ, ਲੇਕਿਨ ਦਊਂਗਾ ਨਹੀਂ, ਕਿਉਂਕਿ ਕਾਂਗਰਸ ਦਾ ਮੈਸੇਜ ਹੀ ਇਹ ਹੈ ਕਿ ਨਫ਼ਰਤ ਛੋੜੋ ਤੇ ਭਾਰਤ ਜੋੜੋ। ਬੀਜੇਪੀ ਦਾ ਕਸੂਰ ਕੋਈ ਨਹੀਂ, ਬੀਜੇਪੀ ਆਪਣੇ ਲੀਡਰਸ 'ਚ ਨਫ਼ਰਤ ਭਰ ਦਿੰਦੀ ਹੈ, ਦੇਅਰਫੋਰ ਇਹ ਜੋ ਰਿਮਾਰਕਸ ਪਾਸ ਕਰਦੇ ਆ, ਸੋ ਕਸੂਰ ਕੋਈ ਨਹੀਂ ਇਹਨਾਂ ਦਾ। ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਗੱਲ ਕੀਤੀ ਵੀ ਤੁਹਾਡਾ ਆਹ ਲੀਡਰ ਜੀ ਕੋਈ ਬੇਲ ਤੇ ਹੈ ਜੀ, ਐ ਜੀ, ਉਹ ਹੈ ਜੀ। ਮੈਨੂੰ ਲੱਗਦਾ ਜੱਜ, ਜੂਰੀ ਤੇ ਐਗਜ਼ੀਕਿਊਸ਼ਨਰ ਬੀਜੇਪੀ ਆਪਦੇ ਆਪ ਨੂੰ ਸਮਝੀ ਬੈਠੀ ਹੈ। ਤੁਹਾਨੂੰ ਕਿਹਨੇ ਕਹਿਦਾ ਵੀ ਜਿਹੜਾ ਬੰਦਾ ਬੇਲ ਤੇ ਹੈ ਉਹ ਗੁਨੇਗਾਰ ਹੈ ਜਾਂ ਉਹ ਕਨਵਿਕਟਡ ਹੈ? ਜੇ ਇਸ ਹਿਸਾਬ ਨਾਲ ਚੱਲਣਾ ਤੇ 55% ਤੁਹਾਡੇ ਸਿਟਿੰਗ ਐਮਪੀਜ਼ ਦੇ ਖਿਲਾਫ ਕ੍ਰਿਮੀਨਲ ਕੇਸਿਸ ਪੈਂਡਿੰਗ ਹੈ। ਤੁਹਾਡੀ ਤਾਂ ਅੱਧੀ ਜਿਹੜੀਆਂ ਵਿਕਟਾਂ ਸਾਰੀਆਂ ਅੱਧੀ 50% ਡਾਊਨ ਹੋ ਜਾਣਗੀਆਂ ਜੇ ਲੌਜਿਕ ਦੇ ਹਿਸਾਬ ਨਾਲ ਚੱਲੋਗੇ। ਅੱਛਾ, ਫਿਰ ਕਰਪਸ਼ਨ ਦੀ ਗੱਲ ਕਰਦੇ ਪਿੰਡ ਦੇ ਵਿੱਚ ਕਿਹਾ 2G ਸਕੈਮ ਜੀ, ਇਹਨਾਂ ਨੂੰ ਹਜੇ ਫੈਕਟ ਨਹੀਂ ਪਤਾ ਵੀ 2G ਸਕੈਮ ਦੇ ਵਿੱਚ ਸਾਰੇ ਬਾਇਜ਼ਤ ਬਰੀ ਹੋਏ ਹੈ, ਉਹ ਕੇਸ ਗਲਤ ਦਰਜ ਕੀਤਾ ਗਿਆ ਸੀਗਾ। ਤੀਜੀ ਗੱਲ, ਹੁਣ ਇਹ ਸਾਨੂੰ ਦੱਸਣਗੇ ਕਰਪਸ਼ਨ ਦੀਆਂ ਗੱਲਾਂ। ਜਿਹੜੀ ਪਾਰਟੀ ਨੇ 15 ਲੱਖ ਰੁਪਏ ਦਾ ਵਾਅਦਾ ਕਰਕੇ ਜਿਹੜੇ ਪਾਵਰ ਚ ਆਏ ਸੀਗੇ ਸਿੱਧੂ ਸਾਹਿਬ, ਉਹਨਾਂ ਨੇ 15 ਲੱਖ ਤਾਂ ਦੂਰ ਦੀ ਗੱਲ 15 ਰੁਪਏ ਨਹੀਂ ਦਿੱਤੇ। ਸਮਾਂ ਦੀ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕੱਢ ਕੇ ਇਹਨਾਂ ਨੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਸੀਗੇ ਉਹਨਾਂ ਦੇ ਲੋਨ ਵੇਵ ਕਰਤੇ 10-10 ਲੱਖ ਕਰੋੜਾਂ ਦੇ। ਅੱਛਾ, ਫਿਰ ਦੂਜੀ ਗੱਲ, ਪੰਜਾਬ ਨਾਲ ਜਿਹੜਾ ਦੁਰਵਿਵਹਾਰ ਕੀਤਾ ਸਿੱਧੂ ਸਾਹਿਬ, ਇਹਨਾਂ ਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਬਾਉਮਰ ਇਸ ਚੀਜ਼ ਨੇ ਖਹਿੜਾ ਨਹੀਂ ਛੱਡਣਾ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ। ਚਾਹੇ ਪੰਜਾਬ ਨੂੰ ਫੰਡ ਦੇਣ ਦੀ ਵਾਰੀ ਹੋਵੇ, ਇਹ ਫੰਡ ਨਹੀਂ ਦਿੰਦੇ। SYL ਦੀ ਗੱਲ ਹੋਵੇ, ਅਮਿਤ ਸ਼ਾਹ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਹਾਲ ਹੀ ਦੇ ਵਿੱਚ ਕੁਝ ਟਾਈਮ ਪਹਿਲਾਂ ਕਿ SYL ਦੇ ਰਿਲੇਟਡ ਐਸਾ ਸਟੈਂਡ ਲਿਆ ਕਿ ਆਪਣਾ ਜਿਹੜਾ ਬੀਜੇਪੀ ਨੇ ਪ੍ਰੂਵ ਕਰਤਾ ਕਿ ਬੀਜੇਪੀ ਸੈਂਟਰ ਜਿਹੜੀ ਹੈਗੀ ਹੈ ਉਹ ਹਰਿਆਣਾ ਦੇ ਵੱਲ ਇਨਕਲਾਈਨ ਕਰ ਰਹੀ ਹੈ, ਹਰਿਆਣਾ ਦੇ ਵੱਲ ਜ਼ਿਆਦਾ ਝੁਕਾਅ ਹੈ ਇਹਨਾਂ ਦਾ। ਤੇ ਤੀਜਾ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਗੱਲ ਦੱਸਣੇ ਕਿ ਇੱਕ ਚੀਜ਼ ਕੀਤੀ ਹੈ ਅਜੇ ਤੱਕ, ਉਹਨੂੰ 8 ਸਾਲ ਹੋ ਗਏ ਆਏ ਪਾਵਰ ਦੇ ਵਿੱਚ, ਤੁਸੀਂ ਇੱਕ ਚੰਗੀ ਚੀਜ਼ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ। ਮੈਂ ਇੱਕ ਗੱਲ ਕਹੂੰਗਾ ਸਿੱਧੂ ਸਾਹਿਬ, ਇੱਕੋ ਲਾਸਟ ਗੱਲ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਨਹੀਂ ਕੋਈ ਅਲਾਇੰਸ ਕਰਨਾ ਚਾਹੁੰਦਾ? ਅਲਾਇੰਸ ਤਾਂ ਨਹੀਂ ਕਰਨਾ ਚਾਹੁੰਦਾ ਬਿਕੋਜ਼ ਬੀਜੇਪੀ ਪੰਜਾਬ ਦੇ ਵਿੱਚ ਕਦੇ ਮਨਜ਼ੂਰ ਨਹੀਂ ਹੋਊਗੀ, ਕਦੇ ਵੀ ਨਹੀਂ ਮਨਜ਼ੂਰ ਹੋ ਸਕਦੀ ਸਿੱਧੂ ਸਾਹਿਬ।
ਕਿਉਂਕਿ ਚਲੋ ਬੀਜੇਪੀ ਤੁਹਾਡੀ ਗੱਲ ਆ ਗਈ ਖਿਆਲ ਸਾਹਿਬ, ਹੁਣ ਤਾਂ ਮੁਕੰਮਲ ਕਰ ਲਈ ਗੱਲ ਤੁਸੀਂ। ਚਾਹੇ ਟੈਕਸ, ਮੇਰੀ ਗੱਲ ਸੁਣੋ ਸਿੱਧੂ ਸਾਹਿਬ, ਇਹ ਨਾ ਟੈਕਸ ਪੰਜਾਬ ਤੋਂ ਲੈ ਕੇ ਟੈਕਸ ਵੀ ਪੰਜਾਬ ਦੇ ਲੋਕ ਦੇਣ, ਤੇ ਜਦੋਂ ਫੰਡ ਦੇਣ ਦੀ ਵਾਰੀ ਆਵੇ ਫੰਡ ਨਹੀਂ ਦੇਣਾ ਚਾਹੁੰਦੇ ਪੰਜਾਬ ਨੂੰ। ਇਥੋਂ ਪਤਾ ਲੱਗਦਾ ਵੀ ਡਿਸਕ੍ਰਿਮੀਨੇਟ ਕਰਦੇ ਹੈ, ਬਾਇਸ ਹੈ। ਖਿਆਲ ਜੀ ਆ ਗਈ ਗੱਲ ਤੁਹਾਡੀ, ਨਫ਼ਰਤ ਹੈ ਪੰਜਾਬ ਲਈ ਬੀਜੇਪੀ। ਥੈਂਕ ਯੂ ਖਿਆਲ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਧਾਰਨੀ ਸਾਹਿਬ, ਜਿਸ ਮਾਮਲੇ ਤੇ ਡਾਕਟਰ ਸੋਈ ਨੇ ਕਿਹਾ, ਉਹਨਾਂ ਨੇ ਕਿਹਾ ਕਿ ਤੁਹਾਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ ਭਾਜਪਾ ਦਾ। ਤੁਸੀਂ ਇਸ ਤੋਂ ਪਹਿਲਾਂ ਕਿ ਜਵਾਬ ਦਿਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ 2 ਦਿਨ ਆਪਾਂ ਗੱਲ ਕਰਦੇ ਹਾਂ ਕਾਰਜਕਾਰਨੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਨੂੰ ਸੰਬੋਧਨ ਕਰਦੇ ਹਾਂ, ਉਹਨਾਂ ਨੇ ਗੱਲ ਇਹ ਵੀ ਕਹੀ ਹੈ ਕਿ ਦੂਜੇ ਜਦੋਂ ਵਰਗਾਂ ਦੀ ਗੱਲ ਕਰਦੇ ਆ, ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਹੈਗੇ, ਸਿੱਖ ਭਾਈਚਾਰੇ ਤੱਕ ਵੀ ਤੁਸੀਂ ਪਹੁੰਚ ਕਰੋ, ਉਹਨਾਂ ਨੂੰ ਨਾਲ ਲੈ ਕੇ ਚੱਲੋ। ਪ੍ਰਧਾਨ ਮੰਤਰੀ ਤਾਂ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ, ਔਰ ਡਾਕਟਰ ਸੋਈ ਵੀ ਇਹ ਕਹਿ ਰਿਹਾ ਕਿ ਤੁਸੀਂ ਧੰਨਵਾਦੀ ਹੋ ਸਾਡੇ। ਤੁਸੀਂ ਕਹਿ ਰਹੇ ਕਿ ਸਭ ਤੋਂ ਵੱਡਾ ਨੁਕਸਾਨ ਹੀ ਭਾਜਪਾ ਨੇ ਕੀਤਾ ਹੈ। ਦੇਖੋ ਸਿੱਧੂ ਸਾਹਿਬ, ਮੈਂ ਇੱਕੋ ਗੱਲ ਕਰ ਦਵਾਂ, ਜੇ ਕਦੇ ਹਿੱਸੀ ਪੜ੍ਹੀ ਹੋਵੇ ਨਾ, ਹਿੱਸੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਪਿੱਛੇ ਤਾਂ ਉਹਨਾਂ ਦੇ ਹੀ ਭਾਈਵਾਲ ਸੀ, ਜਿਹੜੇ ਕਰਕੇ ਜਿਹੜਾ ਹੈਗਾ ਪੰਜਾਬ ਦਾ ਰਾਜ ਭਾਗ, ਸਿੱਖ ਰਾਜ ਭਾਗ ਗਿਆ। ਹੁਣ ਬਾਕੀ ਗੱਲ ਤੁਸੀਂ ਸਮਝੋਗੇ ਮੈਂ ਕਿੱਥੇ ਗੱਲ ਕਰ ਰਿਹਾ ਹੈਗਾ। ਇਹ ਸੋਈ ਸਾਹਿਬ ਨੂੰ ਪੁੱਛਿਓ ਬਈ ਜਿਹੜੀ RSS ਦਾ ਵਿੰਗ ਜਨਸੰਘ ਹੁੰਦਾ ਸੀ, ਉਹਨਾਂ ਨੂੰ ਕਦੇ 100 ਵੋਟਾਂ ਪੂਰੀਆਂ ਪੈ ਗਈਆਂ ਸੀ? ਅਕਾਲੀ ਦਲ ਨੇ ਹੀ ਉਹ ਬਾਹ ਫੜੀ, ਜਿਹਦੇ ਕਰਕੇ ਇਹ ਅਕਾਲੀ ਦਲ ਦੀ ਬਾਹ ਫੜ ਕੇ ਇਹ ਪੰਜਾਬ ਦੇ ਵਿੱਚ 1 ਸੀਟ 2 ਸੀਟ ਲੰਦੇ ਰਹੇ। ਅੱਜ ਇਹ ਦੱਸਦੇ ਆ ਕਿ ਇਹਨਾਂ ਨੇ ਅਕਾਲੀ ਦਲ ਦੀ ਬਾਹ ਫੜੀ। ਅਕਾਲੀ ਦਲ ਤਾਂ 102 ਸਾਲ ਪੁਰਾਣੀ ਪਾਰਟੀ ਹੈ, ਤੁਹਾਡੀ ਬਾਹ ਹੈਗੀ ਹੈ ਜਿਹੜੀ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਆਪਣੇ ਲੋਕਾਂ ਦੇ ਪਿੱਠ ਦੇ ਵਿੱਚ ਛੁਰੇ ਮਾਰਦੀ ਰਹੀ, ਔਰ ਲੋਕਾਂ ਨੂੰ ਇਹਨਾਂ ਦੀ ਸਮਝ ਆ ਗਈ। ਪੰਜਾਬ ਜਿਹੜਾ ਹੈਗਾ ਕਿਸਾਨਾਂ ਦਾ ਖੇਤੀ ਪ੍ਰਧਾਨ ਸੂਬਾ ਹੈਗਾ, ਸਭ ਤੋਂ ਵੱਡੀ ਰੀੜ ਦੀ ਹੱਡੀ ਇਹਨਾਂ ਨੇ ਕਿਸਾਨਾਂ ਦੀ ਤੋੜਨ ਦੀ ਕੋਸ਼ਿਸ਼ ਕੀਤੀ। ਔਰ ਰਹਿ ਗਈ ਗੱਲ ਅਗਲੀ, ਸੋਈ ਸਾਹਿਬ ਆ ਰਹੇ ਤੁਹਾਡੇ ਵੱਲ ਲੈਣੇ ਜਵਾਬ ਉਹਨਾਂ ਨੇ ਰੱਖੇ ਹੋਏ ਆ। ਕੱਲ ਦੀ ਇੱਕ ਟ੍ਰਿਬਿਊਨ ਦੀ ਰਿਪੋਰਟ ਹੈਗੀ ਆ ਕਿ 40% ਵੈਲਥ ਜਿਹੜੀ ਭਾਰਤ ਦੀ ਹੈਗੀ ਆ, ਉਹ ਸਿਰਫ 1% ਬੰਦਿਆਂ ਕੋਲ ਹੈ, ਸਿਰਫ 1% ਬੰਦਿਆਂ ਕੋਲ। ਉਹ ਕੌਣ ਹੈ? ਉਹ ਬੀਜੇਪੀ ਦੇ ਆ, ਉਹ ਬੀਜੇਪੀ ਦੇ ਅਡਾਨੀ ਹੈ, ਅੰਬਾਨੀ ਹੈ, ਇਹ ਬੰਦੇ ਹੈਗੇ ਆ। ਡਾਕਟਰ ਜਰਨਲੀ ਮੈਂ ਤੁਹਾਡੇ ਵੱਲ ਆ ਰਿਹਾ, ਲੋਕ ਹੈਗੇ ਆ ਆਪਾਂ ਕਮੈਂਟ ਲੈ ਲਈਏ, ਜਿਹੜੇ ਦਰ ਦੇ ਵਿੱਚ ਭਟਕ ਰਹੇ ਹੈਗੇ ਆ, ਉਹ ਇਹਨਾਂ ਨੂੰ ਸ਼ਾਇਦ ਪਤਾ ਨਹੀਂ, ਕਿਉਂਕਿ ਇਹਨਾਂ ਨੂੰ ਖਾਣ ਨੂੰ ਰੋਟੀ ਜਿਹੜੀ ਹੈਗੀ ਮਿਲ ਜਾਂਦੀ ਹੈ ਕਿਸੇ ਨਾ ਕਿਸੇ ਦੇ ਨਾਲ। ਤਾਰਨੀ ਜੀ ਆ ਗਈ ਗੱਲ ਨੂੰ ਪੰਡਣ ਤੋਂ ਪਹਿਲਾਂ ਜਨਸੰਘ ਦਾ ਵੀ ਇਤਿਹਾਸ ਦੇਖ ਲਿਓ ਵੀ ਜਨਸੰਘ ਕਿਹੜੀ ਹੁੰਦੀ ਸੀ, ਉਹਦੇ ਪੱਲੇ ਕੀ ਸੀ। ਬੀਜੇਪੀ ਦਾ ਕੱਲ ਆਈ ਆ ਹਲੇ। ਤਾਰਨੀ ਸਾਹਿਬ ਆ ਗਈ ਗੱਲ ਤੁਹਾਡੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਸੋਈ, ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ। ਇਸ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਜਵਾਬ ਦਿਓ। ਬਰਾਗੀ ਜੀ ਆਪਣਾ ਕਮੈਂਟ ਕਰਨਾ ਚਾਹੁੰਦੇ, ਬਰਾਗੀ ਦੇ ਕਮੈਂਟ ਵੀ ਨਾਲ ਹੀ ਮੈਂ ਚਾਹੁੰਦਾ ਕਿ ਐਡ ਕਰਕੇ ਤੁਸੀਂ ਇਕੱਠਾ ਹੀ ਜਵਾਬ ਦਿਓਗੇ, ਤੁਹਾਡੇ ਲਈ ਵੀ ਸੌਖਾ ਰਹੇਗਾ। ਜੀ ਬਰਾਗੀ ਸਾਹਿਬ, ਮੈਂ ਕਮੈਂਟ, ਚਲੋ ਸੋਈ ਸਾਹਿਬ ਇਸ ਤੇ ਸ਼ਾਇਦ ਕੋਈ ਕਮੈਂਟ ਦੇਣਗੇ ਮੇਰੇ ਬਾਅਦ। ਦੇਖੋ ਮਨਪ੍ਰੀਤ ਦਾ ਜਿਹੜਾ ਜਰਲੇਮਾ ਹੋਇਆ, ਮੈਂ ਤਾਂ ਉਸੇ ਹੀ ਮੇਨ ਲਾਈਨ ਤੇ ਹੀ ਆਉਣਾ ਚਾਹੁੰਦਾ ਸੀ, ਬਸ਼ਰਤੇ ਧਾਰਨੀ ਸਾਹਿਬ ਜ਼ਰੂਰ ਹਿਸਟਰੀ 'ਚ ਪਹੁੰਚ ਗਏ ਸੀਗੇ। ਗੌਰਵਮਈ ਇਤਿਹਾਸ ਆ ਅਕਾਲੀ ਦਲ ਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਜਦੋਂ ਬੀਜੇਪੀ ਨੂੰ ਸੱਸ ਨੂੰਹ ਦਾ ਰਿਸ਼ਤਾ ਬਣਿਆ 97-96 ਦੇ ਵਿੱਚ, ਉਦੋਂ ਹੀ ਇਤਿਹਾਸ ਗੜਬੜਾਇਆ ਗਿਆ, ਇਹਦੇ ਵਿੱਚ ਵੀ ਕੋਈ ਦਾਇਰੇ ਨਹੀਂ ਗੀ। ਤੇ ਗੱਲ ਇਹ ਹੈ ਜੀ, ਮਨਪ੍ਰੀਤ ਨੇ ਅੱਜ ਰਣ ਲੱਗੇ ਬੜੀ ਅੱਜ ਸਿੱਧੂ ਸਾਹਿਬ ਇੱਕ ਅਹਿਮ ਗੱਲ ਕਹੀ ਆ ਵੀ ਕਾਂਗਰਸ ਪਾਰਟੀ ਧੜਿਆਂ ਦੇ ਵਿੱਚ ਵੰਡੀ ਪਈ ਆ, ਜਿਹਦੇ ਕਰਕੇ ਉਹਦਾ ਕਾਫੀ ਨੁਕਸਾਨ ਹੋਇਆ। ਉਹ ਦੇਖੋ ਪੰਜਾਬ ਦੀ ਜਿਹੜੀ ਇਲੈਕਸ਼ਨ ਹੋਈ ਆ 2022 ਦੇ ਵਿੱਚ, ਉੱਥੇ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ, ਜਿਹਦੇ ਕਰਕੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਸਟਰੋਂਗ ਹੋਈ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਬੀਜੇਪੀ ਵੀ ਹੌਸਲਾ ਪ੍ਰਸਤ ਹੋਈ ਆ, ਉਹਦੇ 'ਚ ਵੀ ਹੌਸਲਾ ਆਇਆ। ਕਿਉਂਕਿ ਤੁਸੀਂ ਦੇਖ ਸਕਦੇ ਹੋ ਐਨ ਮੂਵਮੈਂਟ ਤੇ ਇਸ ਕਦਰ 'ਚ ਕਾਂਗਰਸ ਪਾਰਟੀ ਜੇ ਵਾਕਿਆ ਹੀ ਕਾਮਯਾਬ ਹੋਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਧੜੇ ਖਤਮ ਕਰਨੇ ਚਾਹੀਦੀ ਹੈ। ਇਸ ਕਦਰ ਤੇ ਧੜੇਬਾਜ਼ੀ ਸੀ ਬਈ ਇੱਕ ਕਰਪਟ ਜਿਹਦੇ ਭਤੀਜੇ ਤੇ ਵੀ ਕੇਸ ਚੱਲ ਰਿਹਾ ਹੋਵੇ, ਵੀ ਉਹ ਧੜੇਬਾਜ਼ੀ ਦਾ ਇੰਨਾ ਪ੍ਰੈਸ਼ਰ ਹਾਈ ਲੈਵਲ ਹਾਈ ਕਮਾਂਡ ਨੂੰ ਝੱਲਣਾ ਪਿਆ ਵੀ ਉਸੇ ਹੀ ਪਰਿਵਾਰ ਦੇ ਜੀ ਨੂੰ ਉਹਨੂੰ CM ਡਿਕਲੇਅਰ ਕਰਨਾ ਪਿਆ, ਜਿਹਦੇ ਕਰਕੇ ਹਸ਼ਰ ਅੱਗੇ ਆ ਤੇ ਕਾਫੀ ਬੰਦੇ ਉਹ ਤੋਂ ਹਤਾਸ਼ ਵੀ ਹੋਏ। ਆ ਗਈ ਤੁਹਾਡੀ ਗੱਲ। ਆਪਾਂ ਸਿੱਧੂ ਸਾਹਿਬ ਜੀ ਸਿੱਧੂ ਸਾਹਿਬ 10 ਸੈਕਿੰਡ ਦਿਓ ਜੀ ਪਲੀਜ਼। ਜਵਾਬ ਦੇ ਲੈਣ ਦਿਓ ਜੀ ਸਿੱਧੂ ਸਾਹਿਬ। ਡਾਕਟਰ ਸੋਈ, ਮੈਂ ਤੁਹਾਡੇ ਤੋਂ ਜਵਾਬ ਲੈਣਾ। ਆਪਾਂ 5 ਸੈਕਿੰਡ ਜਿਹੜਾ ਹੈਗਾ ਆਪਣੀ ਗੱਲ ਮੁਕੰਮਲ ਕਰਿਓ। ਡਾਕਟਰ ਸੋਈ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਜੀ। ਸਿੱਧੂ ਸਾਹਿਬ, ਜੂਰੀ ਐਗਜ਼ੀਕਿਊਸ਼ਨਰ ਬੰਨਾ ਬਹੁਤ ਸੌਖਾ ਹੈ, ਲੇਕਿਨ ਆਪਾਂ ਨੂੰ ਸਭ ਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਕਿਸੇ ਦੇ ਰਿਸ਼ਤੇਦਾਰ ਤੇ ਐਲੀਗੇਸ਼ਨ ਲੱਗਣ ਨਾਲ
ਉਹਦਾ ਜਿਹਦੇ ਨਾਲ ਰਿਸ਼ਤਾ ਹੈ ਉਹ ਬੰਦਾ ਗਿਲਟੀ ਨਹੀਂ ਸਾਬਿਤ ਹੁੰਦਾ। ਦੂਜੀ ਗੱਲ, ਜੇ ਉਹ ਬੰਦੇ ਤੇ ਵੀ ਕੇਸ ਹੋਵੇ ਫਿਰ ਵੀ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਕਹਿੰਦਾ ਵਨ ਇਜ਼ ਟੂ ਬੀ ਪ੍ਰੀਜ਼ਿਊਮਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਜਿੰਨਾ ਚਿਰ ਪ੍ਰੂਵ ਨਹੀਂ ਹੁੰਦਾ ਕੋਰਟ ਦੇ ਵਿੱਚ ਬੰਦੇ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਚਿਰ ਇਨੋਸੈਂਟ ਮੰਨਿਆ ਜਾਂਦਾ ਹੈ। ਜੀ ਖਿਆਲ ਜੀ ਦਾ ਕੇਸ ਵੀ ਨਹੀਂ। ਸੋ ਦੇਅਰਫੋਰ ਮੈਂ ਤੇ ਇੱਕੋ ਗੱਲ ਕਹੂੰਗਾ ਵੀ ਕਾਂਗਰਸ ਪਾਰਟੀ ਸੀ ਜਿਹਨੇ ਮੇਕ ਸ਼ੋਰ ਕੀਤਾ ਕਿ ਗ੍ਰੀਵੈਂਸ ਰਿਡਰੈਸਲ ਜਦੋਂ ਲੋਕਾਂ ਦਾ ਹੁੰਦਾ ਸੀ, ਕੋਈ ਵੀ ਗ੍ਰੀਵੈਂਸ ਹੁੰਦੀ ਸੀ, ਸਮਾਧਾਨ ਕਰਦੇ ਸੀ। ਥੈਂਕ ਯੂ ਪਾਰਟੀ ਨੂੰ ਪਹਿਲੇ 10 ਮਹੀਨਿਆਂ ਦੇ ਵਿੱਚ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਡਾਕਟਰ ਸੋਈ ਤੋਂ ਆਪਾਂ ਜਵਾਬ ਲੈ ਲਈਏ। ਡਾਕਟਰ ਸੋਈ ਪਲੀਜ਼, ਡਾਕਟਰ ਸੋਈ ਤੋਂ ਜਵਾਬ ਲੈ ਲਈਏ। ਡਾਕਟਰ ਸੋਈ ਫਿਰ ਸਮਾਂ ਨਹੀਂ ਬਚੇਗਾ ਜੀ, ਪਲੀਜ਼। ਦੇਖੋ ਸਿੱਧੂ ਸਾਹਿਬ ਨਾ ਅੱਜ ਹਿੱਸਾ ਕੀਤੀ ਹੈ, ਧਾਰਨੀ ਸਾਹਿਬ ਨੇ ਵੀ ਤੇ ਖੜਿਆਲ ਸਾਹਿਬ ਨੇ ਵੀ। ਇਹਨਾਂ ਨੂੰ ਪੁੱਛੋ ਸਭ ਤੋਂ ਜ਼ਿਆਦਾ ਮਾਰੂ ਦੋਵੇਂ ਨੇ, ਇੱਕ ਪੰਜਾਬ ਦੀਆਂ ਵੀ ਤੇ ਸਿੱਖਾਂ ਦੀਆਂ ਵੀ। ਜਦੋਂ ਹਿੰਦੁਸਤਾਨ ਦੀ ਵੰਡ ਹੋਈ, ਕਿੱਥੇ ਨਹਿਰੂ ਕਿੱਥੇ ਸੀ, ਕਾਂਗਰਸ ਕਿੱਥੇ ਸੀ, ਉਦੋਂ ਅਕਾਲੀ ਦਲ ਦੇ ਜਿਹੜੇ ਵੱਡੇ ਨੁਮਾਇੰਦੇ ਸੀਗੇ, ਕਿਉਂ ਸਾਡੇ ਗੁਰੂ ਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ। ਕਾਰਪੋਰ ਦਾ ਸਮਾਂ ਲਾਂਘਾ ਖੋਲਿਆ ਗਿਆ ਮੋਦੀ ਸਾਹਿਬ ਵੱਲੋਂ, ਤੇ ਆ ਫਿਰ ਵੀ ਥੈਂਕਫੁਲ ਨਹੀਂ ਗਏ। ਆ ਫਿਰ ਵੀ ਆ ਦੇਖੋ ਡਾਕਟਰ ਸੋਈ ਆਪਾਂ ਹਿਸਟਰੀ ਤਾਂ ਦੇਖੋ, ਸ਼ਾਇਦ ਧਾਰਨੀ ਸਾਹਿਬ ਵੀ ਉਸ ਮੁੱਦੇ ਤੇ ਕੋਈ ਜਵਾਬ ਨਾ ਦੇ ਸਕਣਗੇ, ਪਰ ਧਾਰਨੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਬਾਂਹ ਮਰੋੜ ਕੇ ਕਈ ਫੈਸਲੇ ਕਰਵਾਏ ਹੈ ਭਾਜਪਾ ਵੱਲੋਂ। ਇਸ ਮੁੱਦੇ ਤੇ ਸਵਾਲ ਉਠਾਇਆ ਧਾਰਨੀ ਨੇ। ਜਦੋਂ ਕਿਸਾਨ ਬਿੱਲ ਆਏ ਸੀਗੇ ਉਦੋਂ ਇਹਨਾਂ ਦੇ ਹੀ ਪ੍ਰਧਾਨ ਸਿੰਘ ਬਾਦਲ ਹੋਣਾ ਪ੍ਰੈਸ ਕਾਨਫਰੰਸ ਕੀਤੀ, ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਕੀਤੀ, ਵੱਡੇ ਬਾਦਲ ਸਾਹਿਬ ਨੇ ਕਿਸਾਨ ਜਿਹੜੇ ਬਿੱਲ ਸੀਗੇ ਕਿਸਾਨ ਹਿਤੈਸ਼ੀ ਲੇਕਿਨ ਬਾਅਦ ਚ ਮੈਂ ਤਾਂ ਫਿਰ ਦੱਸਣਾ, ਅੱਜ ਜੇ ਕਿਸਾਨ ਅਕਾਲੀ ਪਾਰਟੀ 3 ਸੀਟਾਂ ਤੇ ਪਹੁੰਚੀ ਹੈ ਨਾ, ਇਸ ਕਰਕੇ ਪਹੁੰਚੀ ਹੈ ਕਿ ਬੀਜੇਪੀ ਨੇ ਇਹਨਾਂ ਦਾ ਹੱਥ ਛੱਡਤਾ। ਅਗਲੀ ਵਾਰ ਡਾਕਟਰ ਸੋਈ ਤੁਹਾਡੇ ਵਾਲੀ ਸਵਾਲ ਆਪਣੇ ਕੋਲ ਸਮਾਂ ਵੀ ਨਹੀਂ, ਮੈਂ ਇਸ ਕਰਕੇ ਚਾਹੁੰਦਾ ਕਿ ਜਵਾਬ ਇਹ ਵੀ ਆ ਜਾਏ। ਖਡਿਆਲ ਜੀ ਨੇ ਕਿਹਾ ਕਿ ਪੰਜਾਬ ਵਿਰੋਧੀ ਫੈਸਲੇ ਲੈਂਦੀ ਆ ਭਾਜਪਾ, ਫੰਡਸ ਟੈਕਸ ਪੰਜਾਬ ਤੋਂ ਇਕੱਠੇ ਹੁੰਦੇ ਆ ਤੇ ਪੰਜਾਬ ਨੂੰ ਦਿੱਤਾ ਕੁਝ ਨਹੀਂ ਜਾਂਦਾ, ਪੰਜਾਬ ਨੂੰ ਦਿੱਤਾ ਗਿਆ ਭਾਜਪਾ ਨੇ। ਜੀ ਹਾਂਜੀ ਜੀ ਡਾਕਟਰ ਸੋਈ, ਅਸੀਂ ਬੀਜੇਪੀ ਪੰਜਾਬ ਫੈਸਲੇ ਲੈਂਦੀ ਹੈ ਹਾਂਜੀ, ਕਿਉਂਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਅਸੀਂ ਪੰਜਾਬ ਵਿਰੋਧੀ ਆ। ਕਣਕ ਦਾ 550 ਸਾਲਾ ਮਨਾਇਆ, ਅਸੀਂ ਪੰਜਾਬ ਵਿਰੋਧੀ ਆ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਲਾਲ ਕਿਲੇ ਤੇ ਮਨਾਇਆ, ਅਸੀਂ ਸਿੱਖ ਵਿਰੋਧੀ। ਦੇਖੋ ਅਸੀਂ 75,000 ਆਗੀ ਤੁਹਾਡੀ ਗੱਲ, ਆਪਾਂ ਖਡਿਆਲ ਜੀ ਦੇ ਵੀ ਕਮੈਂਟਸ ਲੈ ਲਈਏ। ਖਡਿਆਲ ਜੀ ਸਮਾਂ ਨਹੀਂ ਹੈ। 75,000 ਕਰੋੜ ਰੁਪਇਆ ਐਮਐਸਪੀ ਦਿੰਦੇ ਆ, ਯਾਦ ਹੋਊਗਾ ਇਹਦੇ ਤੇ ਕਣਕ ਤੇ ਝੋਨੇ ਤੇ ਕਹਿੰਦੇ ਨੇ ਆਪਣੀ ਪੀੜੇ ਥੱਲੇ ਛੋਟਾ ਮਾਰ ਲਓ ਤੁਸੀਂ। ਜੀ ਡਾਕਟਰ ਸੋਈ ਤੁਹਾਡੀ ਗੱਲ ਆ ਗਈ, ਆਪਾਂ ਆਪਣੇ ਕੋਲੇ ਸਮਾਂ ਨਹੀਂ ਹੈਗਾ। ਬੰਦੇ 35,000 ਬੰਦੇ ਮਾਰੇ। 2 ਸੈਕਿੰਡ ਆਪਾਂ ਖਡਿਆਲ ਜੀ ਦੇ ਕਮੈਂਟ ਲੈ ਲਈਏ। ਜੀ ਕੋਈ ਸਾਹਿਬ ਤੁਸੀਂ ਆਪਣੀ ਪਾਸੋਂ ਪੀੜੀ ਥੱਲੇ ਦਾ ਛੋਟਾ ਮਾਰ ਲਓ। ਜੀ ਸਿੱਧੂ ਸਾਹਿਬ ਮੈਂ ਇੱਕ ਗੱਲ ਇੱਥੇ ਪ੍ਰੂਵ ਕਰਦਾ। ਦੇਖੋ ਤੁਸੀਂ ਦੇਖੋ ਵੀ ਸਿੱਧੂ ਸਾਹਿਬ ਬੀਜੇਪੀ ਨੇ ਕਿਹਾ ਸੀਗਾ ਵੀ ਅਸੀਂ ਬਹੁਤ ਵੱਡਾ ਪੈਕੇਜ, ਹਜ਼ਾਰਾਂ ਕਰੋੜਾਂ ਦਾ ਪੈਕੇਜ ਪੰਜਾਬ ਨੂੰ ਦੇਵਾਂਗੇ। ਜਦੋਂ ਮੋਦੀ ਸਾਹਿਬ ਨੇ ਆਉਣਾ ਸੀਗਾ, ਉਹ ਨਾ ਤਾਂ ਪੈਕੇਜ ਦਿੱਤਾ, ਨਾ ਉਹਦੀ ਗੱਲ ਕੀਤੀ। ਅੱਛਾ ਗੱਲ ਇਹ ਕਹੇਗੀ ਜਾਂਦੇ ਹੋਏ ਮੋਦੀ ਸਾਹਿਬ ਕਹਿੰਦੇ ਆਪਣੇ ਮੁੱਖ ਮੰਤਰੀ को धन्यवाद कर देना, मैं जिंदा लौट के जा रहा हूं। ਇਹਦੇ ਕਰਕੇ ਪੰਜਾਬ ਦੀ ਬਦਨਾਮੀ ਕਿੰਨੀ ਹੋਈ। ਤੇ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਹੈ ਕਿ ਪੰਜਾਬ ਬਦਨਾਮ ਹੋਵੇ, ਪੰਜਾਬ 'ਚ ਇੰਡਸਟਰੀ ਨਾ ਆਵੇ। ਓਕੇ ਖਡਿਆਲ ਜੀ ਸਮਾਂ ਨਹੀਂ ਹੈ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਪੰਜਾਬ ਵਿਰੋਧੀ ਹੈ ਬੀਜੇਪੀ। ਓਕੇ ਥੈਂਕ ਯੂ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਬਰਾਗੀ ਜੀ 2 ਲਾਈਨਾਂ ਦਾ ਕਮੈਂਟ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ, ਸਮਾਂ ਬਿਲਕੁਲ ਮੈਂ ਇਹੀ ਕਹਿਣਾ ਚਾਹੂੰਗਾ ਜੀ, ਚਾਹੇ ਕਾਂਗਰਸ ਹੋਵੇ ਚਾਹੇ ਆਪਣੀ ਬੀਜੇਪੀ ਹੋਵੇ, ਜੇ ਆਪਾਂ ਗੱਲ ਕਰੀਏ 1984 ਦੇ ਵਿੱਚ ਜਿਹੜਾ ਹੋਇਆ, ਉਦੋਂ ਬਾਅਦ ਜੇ ਕਾਂਗਰਸ ਨੂੰ ਪੰਜਾਬੀ 2 ਮੌਕਾ ਦੇ ਸਕਦੇ ਆ, ਆਮ ਆਦਮੀ ਪਾਰਟੀ ਬਿਲਕੁਲ ਨਵੀਂ ਜਿਨ੍ਹਾਂ ਨੇ ਫੰਡ ਤੱਕ ਹੀ ਪੰਜਾਬ ਨੂੰ ਚਵਾਨੀ ਨਹੀਂ ਸੀ ਦਿੱਤੀ, ਉਹਨਾਂ ਨੂੰ ਇੱਕ ਮੌਕਾ ਦੇ ਸਕਦੇ ਆ। ਠੀਕ ਆ, ਕਿਸਾਨ ਅੰਦੋਲਨ ਵਿੱਚ ਧੱਕੇਸ਼ਾਹੀ ਬੀਜੇਪੀ ਵੱਲੋਂ ਹੋਈ ਆ, ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਬੀਜੇਪੀ ਪੈਨੀਟ੍ਰੇਸ਼ਨ ਕਰ ਰਹੀ ਆ ਪੰਜਾਬ ਵਿੱਚ, ਸਪੈਸ਼ਲੀ ਕਾਂਗਰਸ ਪਾਰਟੀ ਜਾਂ ਪ੍ਰੋਮੀਨੈਂਟ ਫੇਸਿਸ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਾਫੀ ਕੁਝ ਬਦਲਾਅ ਲਿਆਉਣ ਦੇ ਸੰਕੇਤ ਦਿਸ ਰਹੇ ਨੇ। ਜੀ ਧਾਰਨੀ ਸਾਹਿਬ ਤੁਸੀਂ ਕਮੈਂਟ ਦੇਣਾ ਤਾਂ ਆਪਾਂ ਧਾਰਨੀ ਸਾਹਿਬ ਸਮਾਂ ਬਿਲਕੁਲ, ਆਪਾਂ ਧਾਰਨੀ ਸਾਹਿਬ ਦੇ ਕਮੈਂਟ ਲੈ ਲਈਏ। ਡਾਕਟਰ ਸੋਈ ਪੂਰੀ ਮੈਜੋਰਟੀ ਨਾਲ ਲਿਆਓ। ਓਕੇ ਡਾਕਟਰ ਸੋਈ, ਧਾਰਨੀ ਸਾਹਿਬ ਦੇ ਕਮੈਂਟ। ਧਾਰਨੀ ਸਾਹਿਬ 2 ਲਾਈਨਾਂ ਦੇ ਕਮੈਂਟ ਤੁਸੀਂ ਕਹਿਣਾ ਚਾਹੁੰਦੇ ਸੀ ਪਰ ਲਿੰਕ ਨਹੀਂ ਬਣਿਆ ਜੀ। ਦੇਖੋ ਪਰ ਮੇਰੇ ਤਾਂ ਸਿੰਪਲ ਸਵਾਲ ਹੈਗਾ ਕਿ ਸੋਹੀ ਸਾਹਿਬ ਵਰਗੇ ਜਿਹੜੇ ਮਹਾਪੁਰਸ਼ ਹੈਗੇ ਆ ਨਾ, ਇਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਦੀ ਪਿੱਠ ਤੇ ਖੜ ਕੇ ਜੋ ਪੰਜਾਬ ਦਾ ਹਾਲਾਤ ਪਿਛਲੇ ਟਾਈਮਾਂ ਦੇ ਵਿੱਚ ਕਰਤੇ, ਇਸ ਤੋਂ ਵੀ ਬਦਤਰ ਕਰ ਦੇਣਗੇ। ਔਰ ਇਸ ਚੀਜ਼ ਨੂੰ ਜਿਹੜੀ ਹੈਗੀ ਆ ਪੰਜਾਬ ਦੀ ਕਿਸਾਨੀ ਜਿਹੜੀ ਡੋਮੀਨੇਟਿੰਗ ਹੈਗੀ ਆ, ਉਹ ਭਲੀ ਭਾਂਤ ਜਾਣਦੀ ਆ। ਜਿੱਥੋਂ ਤੱਕ ਪੰਜਾਬ ਦੇ ਲੀਡਰਾਂ ਦੀ ਗੱਲ ਹੈਗੀ ਆ,
ਧੰਨਵਾਦ, ਥੈਂਕ ਯੂ ਵੈਰੀ ਮਚ। ਕਿਵੇਂ ਬਾਹਾਂ ਮਰੋੜ ਕੇ ਇਹ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਦਾ ਸਬੂਤ ਜਿਹੜਾ ਹੈਗਾ ਸਰਦਾਰ Thank you। ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਜਿੰਨੇ ਕਾਂਗਰਸੀ ਨੇਤਾ ਉਹ ਹੈਗੇ ਆ। ਔਰ ਤੀਜੀ ਗੱਲ, ਔਰ ਮੈਂ ਇੱਕ ਹੋਰ ਕਹਾਂ ਕਿ ਉਹੀ ਇਹਨਾਂ ਵੱਲ ਗਏ ਆ ਜਿਹੜੇ ਚੋਰ ਆ, ਜਿਨ੍ਹਾਂ ਤੇ ਐਲੀਗੇਸ਼ਨ ਲੱਗੇ। ਓਕੇ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਧਾਰਨੀ ਜੀ ਸੁਣਨ ਚ ਆਇਆ ਮਜੀਠੀਆ ਸਾਹਿਬ ਦਾ ਵੀ ਪਿਆਰ ਵੱਧ ਰਿਹਾ ਵਾ। ਕੋਈ ਨਹੀਂ, ਵਹਿਮ ਨਾ ਕਰੋ, ਜਦੋਂ ਹੋਊਗਾ ਤਾਂ ਦੱਸ ਦਿਓ। ਸੁਣਨ ਚ ਆਇਆ, ਤੁਹਾਡੇ ਕਹਿਣ ਨਾਲ ਨਹੀਂ ਜੀ ਹੋਣਾ ਸਰ। ਚਲੋ ਸਮਾਂ ਦੱਸੂਗਾ, ਪਰ ਸੁਣਨ ਚ ਬਹੁਤ ਆਇਆ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਮਾਂ ਇਜਾਜ਼ਤ ਦੇ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਮੁੱਦੇ ਤੇ ਸਾਰੇ ਮਹਿਮਾਨ ਆਏ, ਮਨਪ੍ਰੀਤ ਬਾਦਲ ਜਿਹੜੇ ਵਿੱਤ ਮੰਤਰੀ ਵਜੋਂ ਜਾਣੇ ਜਾਂਦੇ ਆ ਪੰਜਾਬ ਦੇ ਵਿੱਚ, ਸਰਕਾਰਾਂ ਪਾਰਟੀਆਂ ਬਦਲਦੀਆਂ ਰਹੀਆਂ ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੀ ਬਣਦੇ ਰਹੇ ਹੈ। ਭਾਜਪਾ ਕਹਿੰਦੇ ਇੱਕ ਭਵਿੱਖ 'ਚ ਸਾਨੂੰ ਵੀ ਮੌਕਾ ਮਿਲੇਗਾ, ਦੇਖਾਂਗੇ ਕਿ ਭਵਿੱਖ 'ਚ ਮੌਕਾ ਮਿਲਦਾ ਤਾਂ ਮਨਪ੍ਰੀਤ ਬਾਦਲ ਹੀ ਵਿੱਤ ਮੰਤਰੀ ਹੋਣਗੇ, ਕਿਉਂਕਿ ਪੰਜਾਬ ਦੀ ਵੱਡੀ ਚਿੰਤਾ ਹੈ। ਪਰ ਇਹ ਸਵਾਲ ਜਿਹੜਾ ਭਵਿੱਖ ਦੇ ਗਰਭ 'ਚ ਛੁਪਿਆ, ਕੀ ਬਣੇਗਾ ਕੀ ਨਹੀਂ ਬਣੇਗਾ, ਇਸ ਦਾ ਫੈਸਲਾ ਪੰਜਾਬੀਆਂ ਦੇ ਹੱਥ ਹੈ। ਪਰ ਆਪਾਂ ਸਾਰੇ ਮਹਿਮਾਨਾਂ ਦੇ ਧੰਨਵਾਦੀ ਹਾਂ। ਤਾਂ ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।